ਨਮਸਕਾਰ। दैनिक सवेरा टीवी देख रहे ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਭਾਟੀਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਸਰਕਾਰ ਦੀ ਜ਼ਬਰਦਸਤ ਘੇਰਾਬੰਦੀ ਕੀਤੀ ਗਈ, ਪਰ ਖਾਸ ਗੱਲ ਇਹ ਰਹੀ ਕਿ ਨਾ ਸਿਰਫ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਉੱਤੇ ਪੰਜਾਬ ਸਰਕਾਰ ਦੇ ਖਿਲਾਫ ਮੁਜ਼ਾਹਰਾ ਕੀਤਾ, ਬਲਕਿ ਕੇਂਦਰ ਸਰਕਾਰ ਦੇ ਖਿਲਾਫ ਵੀ ਪਹਿਲੀ ਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਖੁੱਲ੍ਹ ਕੇ ਸਟੈਂਡ ਲਿਆ ਕਿ ਉਹਨਾਂ ਨੇ ਦੋਹਾਂ ਧਿਰਾਂ ਦੇ ਬਾਰੇ ਆਖਿਆ ਕਿ ਤੇਲ ਦੀਆਂ ਕੀਮਤਾਂ ਘੱਟ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਵਧੀਆਂ ਤੇਲ ਦੀਆਂ ਕੀਮਤਾਂ ਦੀ ਮਾਰ ਪੰਜਾਬ ਦੇ ਹਰ ਵਰਗ ਨੂੰ ਪੈ ਰਹੀ ਹੈ। ਪਰ ਖਾਸ ਗੱਲ ਇਹ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਜਿਹੜੇ ਮੁਜ਼ਾਹਰੇ ਕੀਤੇ, ਉਸ ਦੇ ਵਿੱਚ ਹਰ ਜਗ੍ਹਾ ਤੇ ਦਾਅਵਾ ਇਹੋ ਕੀਤਾ ਗਿਆ ਕਿ ਪਹਿਲਾਂ ਪੰਜਾਬ ਸਰਕਾਰ ਤੇਲ ਦੀਆਂ ਕੀਮਤਾਂ ਘੱਟ ਕਰੇ, ਉਸ ਤੋਂ ਬਾਅਦ ਦਿੱਲੀ ਜਾ ਕੇ ਮੋਦੀ ਸਰਕਾਰ ਦੇ ਕੋਲ ਵੀ ਅਪੀਲ ਕੀਤੀ ਜਾਏਗੀ ਕਿ ਤੇਲ ਦੀਆਂ ਕੀਮਤਾਂ ਘੱਟ ਕਰੋ। ਆਮ ਆਦਮੀ ਪਾਰਟੀ ਤੇ ਸੁਖਬੀਰ ਸਿੰਘ ਬਾਦਲ ਨੇ ਵੱਡਾ ਕਮੈਂਟ ਕੀਤਾ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਦੀ ਤਰ੍ਹਾਂ ਕੰਮ ਕਰ ਰਹੀ ਹੈ, ਯਾਨੀ ਕਿ ਸਾਇਲੈਂਟ ਸਪੋਰਟ ਕਰ ਰਹੀ ਹੈਗੀ ਹੈ। ਇਸ ਮੁੱਦੇ ਦੇ ਉੱਤੇ ਖੁੱਲ੍ਹ ਕੇ ਉਹਨਾਂ ਆਖਿਆ ਕਿ ਨਹੀਂ ਬੋਲ ਪਾ ਰਹੀ। ਪਰ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਹ ਸਟੈਂਡ ਜੋ ਪੰਜਾਬ ਦੇ ਵਿੱਚ ਉਹਨਾਂ ਨੇ ਲਿਆ ਹੀ, ਪਰ ਕੀ ਕੇਂਦਰ ਦੇ ਵਿੱਚ ਬੀਜੇਪੀ ਦੇ ਉੱਤੇ ਪ੍ਰਭਾਵ ਪਾ ਸਕਦਾ ਹੈ? ਦੇਸ਼ ਭਰ ਦੇ ਵਿੱਚ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਰੋਸ ਮੁਜ਼ਾਹਰੇ ਵੀ ਹੋਏ ਨੇ, ਪ੍ਰਦਰਸ਼ਨ ਵੀ ਹੋਏ ਨੇ, ਪਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਕ ਵੱਡੀ ਸਟਰੈਂਥ ਆਪਣੀ ਪੰਜਾਬ ਭਰ ਦੇ ਵਿੱਚ ਦਿਖਾਈ ਹੈ। ਇਸ ਤੋਂ ਇਲਾਵਾ ਧਰਨੇ ਮੁਜ਼ਾਹਰਿਆਂ ਦੇ ਵਿੱਚ ਜਿਹੜੇ ਨੀਲੇ ਕਾਰਡ ਕੱਟੇ ਜਾ ਰਹੇ ਨੇ, ਉਹਨਾਂ ਦਾ ਮੁੱਦਾ ਵੀ ਜ਼ੋਰ ਸ਼ੋਰ ਦੇ ਨਾਲ ਚੁੱਕਿਆ ਗਿਆ ਹੈਗਾ। ਨੀਲੇ ਕਾਰਡਾਂ ਨੂੰ ਲੈ ਕੇ ਲਾਕਡਾਊਨ ਦੇ ਦੌਰਾਨ ਵੀ ਚਰਚਾਵਾਂ ਕਾਫੀ ਨਿਕਲੀਆਂ ਸੀ ਕਿ ਨੀਲੇ ਕਾਰਡ ਕੱਟੇ ਗਏ ਆ, ਔਰ ਜਿਹੜਾ ਰਾਸ਼ਨ ਕੇਂਦਰ ਸਰਕਾਰ ਵੱਲੋਂ ਭੇਜਿਆ ਗਿਆ ਉਹ ਆਮ ਗਰੀਬਾਂ ਤੱਕ ਨਹੀਂ ਵੰਡਿਆ ਗਿਆ। ਅੱਜ ਦੇ ਦਿਨ ਵੀ ਧਰਨੇ ਮੁਜ਼ਾਹਰਿਆਂ ਦੇ ਨਾਮ ਰਿਹਾ ਦਿਨ, ਔਰ ਕਾਂਗਰਸ ਦੇ ਉੱਤੇ ਔਰ ਨਾਲ ਕੇਂਦਰ ਸਰਕਾਰ ਦੇ ਉੱਤੇ ਵੀ ਇਲਜ਼ਾਮ ਲਾਏ ਨੇ ਸ਼੍ਰੋਮਣੀ ਅਕਾਲੀ ਦਲ ਨੇ। ਅਕਾਲੀ ਦਲ ਦੇ ਇਹਨਾਂ ਧਰਨਿਆਂ ਦੇ ਨਾਲ ਫਰਕ ਕੀ ਪਏਗਾ, ਔਰ ਤੇਲ ਦੀਆਂ ਕੀਮਤਾਂ ਆਖਰਕਾਰ ਕੰਟਰੋਲ ਦੇ ਵਿੱਚ ਕਿਉਂ ਨਹੀਂ ਆ ਰਹੀਆਂ, ਔਰ ਵਾਕਿਆ ਹੀ ਸੈਂਟਰ ਔਰ ਸਟੇਟ ਜਿਹੜੇ ਆਪੋ ਆਪਣੇ ਪੱਧਰ ਦੇ ਉੱਤੇ ਟੈਕਸ ਲਾ ਰਹੇ ਨੇ, ਉਹਨਾਂ ਦੇ ਵਿੱਚ ਰਿਆਇਤਾਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ। ਇਸ ਮੁੱਦੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਖਾਸ ਮਹਿਮਾਨ ਮੌਜੂਦ ਹੈਗੇ ਨੇ ਮੁਖਤਲਿਫ ਪਾਰਟੀਆਂ ਦੇ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਸੀਨੀਅਰ ਲੀਡਰ ਨੇ, ਸਾਬਕਾ ਵਿਧਾਇਕ ਨੇ ਵਿਰਸਾ ਸਿੰਘ ਵਲਟੋਹਾ। ਵਲਟੋਹਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ। ਕਾਂਗਰਸ ਦੇ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਸਾਡੇ ਨਾਲ ਹੈਗੇ ਨੇ। ਚੱਬੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਤੇ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਐਮਐਲਏ। ਅਮਨ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ ਪਮਿਲ ਜੀ। ਸਭ ਤੋਂ ਪਹਿਲਾਂ ਵਲਟੋਹਾ ਸਾਹਿਬ, ਮੈਂ ਤੁਹਾਡੇ ਤੋਂ ਸਵਾਲ ਲੈਣਾ ਚਾਹਨਾ, ਅਕਾਲੀ ਦਲ ਦੀ ਰਣਨੀਤੀ ਦਾ ਅਸਰ ਕਿਸ ਤਰ੍ਹਾਂ ਦੇ ਨਾਲ ਦੇਖ ਰਹੇ ਹੋ? ਕਿਉਂਕਿ ਬਿਲਕੁਲ ਤੁਸੀਂ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ, ਪਰ ਸੈਂਟਰ ਦੇ ਅਗੇਂਸਟ ਜਿਸ ਤਰ੍ਹਾਂ ਦੇ ਪ੍ਰੋਟੈਸਟ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਹੋ ਰਹੇ ਨੇ, ਅਜੇ ਤੱਕ ਉਸ ਕਿਸੇ ਵੀ ਪ੍ਰੋਟੈਸਟ ਦੇ ਉੱਤੇ ਸੈਂਟਰ ਨੇ ਰਿਐਕਟ ਨਹੀਂ ਕੀਤਾ। ਜਿਹੜੀਆਂ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਸੀ, ਉਹ ਉਸੇ ਤਰ੍ਹਾਂ ਦੇ ਨਾਲ ਹੀ ਵੱਧ ਰਹੀਆਂ ਨੇ। ਦੇਖੋ ਪਮਲ ਜੀ, ਕੋਈ ਵੀ ਰਾਜਨੀਤਿਕ ਪਾਰਟੀ ਹੈ, ਉਹਦਾ ਮੁੱਢਲਾ ਫਰਜ਼ ਬਣਦਾ ਹੈ ਲੋਕਾਂ ਦਾ ਧਿਆਨ ਰੱਖਣਾ। ਜੇ ਵਿਰੋਧੀ ਧਿਰ 'ਚ ਹੈ ਤੇ ਜਿਹੜੀਆਂ ਜਨਤਾ ਦੇ ਨਾਲ ਜ਼ਿਆਦਤੀਆਂ ਹੋ ਰਹੀਆਂ ਨੇ, ਜਨਤਾ ਦੇ ਉੱਤੇ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਬੋਝ ਬਣਾਇਆ ਜਾ ਰਿਹਾ ਹੈ, ਜਿੰਨਾ ਕਰਕੇ ਜਨਤਾ ਦੁਖੀ ਹੈ, ਤੇ ਫਿਰ ਕੋਈ ਵੀ ਰਾਜਨੀਤਿਕ ਪਾਰਟੀ ਜਿਹੜੀ ਵਿਰੋਧੀ ਧਿਰ 'ਚ, ਉਹਦਾ ਫਰਜ਼ ਬਣਦਾ ਲੋਕਾਂ ਦੀ ਆਵਾਜ਼ ਉਸ ਗੂੰਗੀ ਬੋਲੀ ਸਰਕਾਰ ਤੱਕ ਪਹੁੰਚਾਉਣਾ ਜੀ। ਕੋਈ ਸ਼ੌਕ ਨਹੀਂ ਹੁੰਦਾ ਧਰਨਿਆਂ ਮੁਜ਼ਾਹਰਿਆਂ ਦਾ। ਅੱਤ ਦੀ ਗਰਮੀ ਦੇ ਵਿੱਚ ਜਾ ਕੇ ਤੁਸੀਂ ਧਰਨੇ ਮੁਜ਼ਾਹਰੇ ਕਰੋ, ਜਿੰਦਾਬਾਦ ਮੁਰਦਾਬਾਦ ਕਰੋ, ਪਰ ਇਸ ਕਰਕੇ ਕਰਨੀ ਪੈਂਦੀ ਹੈ ਕਿ ਸਰਕਾਰਾਂ ਤੇ ਇਸ ਕਰਕੇ ਬਣਾਈ ਦੀਆਂ ਹੈ ਕਿ ਸਰਕਾਰ ਦਾ ਮਤਲਬ ਹੀ ਇਹੀ ਹੈ ਕਿ ਲੋਕਾਂ ਨੂੰ ਸਹੂਲਤਾਂ ਦੇਣਾ, ਕਿ ਵੈਲਫੇਅਰ ਸਟੇਟ ਨੇ ਸਾਡੇ ਦੇਸ਼ ਦੀ ਜਿਹੜੀ ਹੈ, ਲੋਕਾਂ ਨੂੰ ਸਹੂਲਤਾਂ ਦੇਣਾ। ਔਰ ਸਹੂਲਤਾਂ ਜਿਹੜੀਆਂ ਪਿਛਲੇ ਸਮੇਂ ਤੋਂ ਚੱਲ ਰਹੀਆਂ ਨੇ, ਉਹਨਾਂ ਨੂੰ ਨਿਰਵਿਘਨ ਜਾਰੀ ਰੱਖਣਾ, ਤੇ ਜਿਹਨੂੰ ਵੀ ਸਰਕਾਰ ਚਲਾਉਣ ਦਾ ਮੌਕਾ ਮਿਲਿਆ ਹੈ, ਉਹ ਆਪਣੇ ਵੱਲੋਂ ਵੀ ਕੋਈ ਨਾ ਕੋਈ ਅਜਿਹੀ ਸਕੀਮ ਚਲਾਏ ਜਿਹਦੇ ਨਾਲ ਲੋਕਾਂ ਦਾ ਲਾਭ ਹੋ ਸਕੇ, ਗਰੀਬਾਂ ਦਾ ਲਾਭ ਹੋ ਸਕੇ, ਲੋੜਵੰਦਾਂ ਦਾ ਲਾਭ ਹੋ ਸਕੇ। ਇੱਥੇ ਹੋਇਆ ਕੀ ਹੈ? ਤੁਸੀਂ ਤੇਲ ਦੀ ਗੱਲ ਹੀ ਕਰ ਲਈ, ਪਹਿਲੋਂ ਆਪਾਂ ਤੇਲ ਦੀ ਗੱਲ ਹੀ ਕਰ ਲੈਂਦੇ ਹਾਂ। ਜੀ ਜੀ ਜੀ। ਜਿਸ ਕਦਰ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧੀਆਂ ਨੇ, ਚਾਹੇ ਅਸੀਂ ਉਹਦੇ ਵਾਸਤੇ ਦੋਸ਼ੀ ਸੈਂਟਰ ਸਰਕਾਰ ਨੂੰ ਵੀ ਮੰਨਦੇ ਹਾਂ, ਪਰ ਆਪਾਂ ਡਿਸਕਸ ਕਰਾਂਗੇ ਪੰਜਾਬ ਸਰਕਾਰ ਇਹ 'ਚ ਦੋਸ਼ੀ ਕਿੰਨੀ ਕੁ ਹੈ। ਜੇ ਕੇਂਦਰ ਸਰਕਾਰ ਦੋਸ਼ੀ ਹੈ, ਕੇਂਦਰ ਸਰਕਾਰ ਨੇ ਲੋਕਾਂ ਤੇ ਬੋਝ ਪਾਇਆ, ਤੇ ਅਸੀਂ ਕੇਂਦਰ ਸਰਕਾਰ ਦੇ ਵਿਰੁੱਧ ਅੱਜ ਜਿਹੜਾ ਆ ਆਪਣੀ ਆਵਾਜ਼ ਬੁਲੰਦ ਕੀਤੀ। ਔਰ ਪੰਜਾਬ ਸਰਕਾਰ ਜਿਹਦਾ ਫਰਜ਼ ਬਣਦਾ ਆਪਣੇ ਸਟੇਟ ਦੇ ਸੂਬੇ ਦੇ ਲੋਕਾਂ ਦਾ ਧਿਆਨ ਰੱਖਣਾ। ਕਮਲ ਜੀ, ਪੰਜਾਬ 'ਚ ਜੇ ਤੁਸੀਂ ਜਾਂ ਮੈਂ 1 ਲੀਟਰ ਡੀਜ਼ਲ ਖਰੀਦਦੇ ਆ ਨਾ,
ਤੇ 20 ਰੁਪਏ ਪੰਜਾਬ ਸਰਕਾਰ ਨੂੰ ਜਾਂਦੇ ਆ ਸਿੱਧੇ। ਤੇ ਜੇ ਆਪਾਂ ਪੰਜਾਬ ਦੇ ਅੰਦਰ 1 ਲੀਟਰ ਪੈਟਰੋਲ ਖਰੀਦਦੇ ਆ ਤੇ 33 ਰੁਪਏ ਜਾਂਦੇ ਆ ਪੰਜਾਬ ਸਰਕਾਰ ਨੂੰ। ਤੇ ਜੇ ਪੂਰੇ ਹਿੰਦੁਸਤਾਨ 'ਚ ਕੋਈ ਵੀ ਵਿਅਕਤੀ 1 ਲੀਟਰ ਡੀਜ਼ਲ ਖਰੀਦਦਾ ਤੇ 19 ਰੁਪਏ ਜਾਂਦੇ ਆ ਕੇਂਦਰ ਸਰਕਾਰ ਨੂੰ। ਤੇ ਪੈਟਰੋਲ ਖਰੀਦਦਾ ਪੂਰੇ ਹਿੰਦੁਸਤਾਨ 'ਚ ਕੋਈ ਵੀ ਕਿਤੇ ਵੀ ਪੰਜਾਬ 'ਚ ਵੀ ਤੇ 20 ਰੁਪਏ ਕੇਂਦਰ ਸਰਕਾਰ ਨੂੰ ਜਾਂਦੇ। ਏਡੇ ਵੱਡੇ ਅਮਾਉਂਟ, ਏਡੇ ਵੱਡੇ ਟੈਕਸ, ਏਡੀ ਵੱਡੀ ਕਲੈਕਸ਼ਨ ਲੋਕਾਂ ਦੀ ਜੇਬ 'ਚ ਤੁਸੀਂ ਪਰ ਲੀਟਰ ਲੈ ਰਹੇ ਜੇ। ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਉੱਤੋਂ ਨਿੱਤ ਦਿਹਾੜੀ ਬੋਝ ਪਾਈ ਜਾ ਰਹੇ ਜੇ। ਅਸੀਂ ਦੇ ਸਾਹਮਣੇ ਰੱਖਿਆ ਹੈ ਤੇ ਔਰ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਸਰਕਾਰਾਂ ਜਿਹੜੀਆਂ ਦੋਨੋਂ ਸਰਕਾਰਾਂ ਜਿਹੜੀਆਂ ਨੇ ਆਪਦਾ 10-10 ਰੁਪਏ ਜਿਹੜਾ ਘੱਟ ਜਿਹੜਾ ਰੇਟ ਹੈ ਉਹ ਘੱਟ ਕਰਨਾ ਵੀ ਚਾਹੀਦਾ ਹੈ। ਔਰ ਜਿਹੜੀ ਗੱਲ ਆਮ ਆਦਮੀ ਪਾਰਟੀ ਦੀ ਅਮਨ ਅਰੋੜਾ ਜੀ ਬੈਠੇ ਨੇ, ਕਿਉਂ ਨਹੀਂ ਬੋਲਦੇ ਤੇਲ ਦੀਆਂ ਕੀਮਤਾਂ ਤੇ? ਮੇਰੇ ਖਿਆਲ ਕਿ ਪੂਰੇ ਹਿੰਦੁਸਤਾਨ 'ਚ ਜੇ ਸਭ ਤੋਂ ਵੱਧ ਵੈਟ ਹੈ ਉਹ ਦਿੱਲੀ 'ਚ ਹੈ। 30% ਵੈਟ ਹੈ ਡੀਜ਼ਲ ਤੇ ਵੀ ਤੇ 30% ਹੈਗਾ ਪੈਟਰੋਲ ਤੇ। ਇਹ ਕਹਿੰਦੇ ਆ ਕਿ ਮਾਡਲ ਹੈ ਦਿੱਲੀ ਵਾਲਾ। ਤੇ ਜੇ ਦਿੱਲੀ ਵਾਲਾ ਮਾਡਲ ਇਹ ਹੈ ਕਿ ਲੋਕਾਂ ਦੀਆਂ ਪਹਿਲੋਂ ਚੀਕਾਂ ਪੰਜਾਬ ਦੇ ਲੋਕਾਂ ਦੀਆਂ, ਜਿੱਥੇ ਦਿੱਲੀ ਦੇ ਨਾਲੋਂ ਅਜੇ ਕਿ ਵੈਟ ਬਹੁਤ ਘੱਟ ਹੈ, ਤੇ ਜੇ ਦਿੱਲੀ ਦਾ ਬਰਾਬਰ ਹੋ ਗਿਆ ਤੇ ਜਾਂ ਦਿੱਲੀ ਵਾਲਾ ਲੈਣ ਦਾ ਤੇਲ ਦੀ ਵਰਤੋਂ ਤੇ ਹਰ ਕੋਈ ਕਰਦਾ ਹੈ। ਠੀਕ ਹੈ ਬਲਟੋਆ ਸਾਹਿਬ। ਮੈਂ ਡਾਕਟਰ ਅੱਜ ਕਰ ਲੈਂਦੇ ਹੋ ਤੁਸੀਂ, ਕੋਈ ਨਹੀਂ, ਟਾਈਮ ਖੁੱਲਾ ਦੇ ਦਿਆ ਜੇ ਨਾ, ਟਾਈਮ ਖੁੱਲਾ ਦੇ ਦਿਆ ਜੀ। 2007 ਤੋਂ ਲੈ ਕੇ ਨੀਲੇ ਕਾਰਡ ਚੱਲ ਰਹੇ ਨੇ ਪੰਜਾਬ ਦੇ ਲੋਕਾਂ। ਮੈਂ ਨੀਲੇ ਬਲਟੋਆ ਸਾਹਿਬ, ਮੈਂ ਨੀਲੇ ਕਾਰਡ ਵਾਲਾ ਸਵਾਲ ਵੱਖਰਾ ਲੈਣਾ, ਪਹਿਲੇ ਪੈਟਰੋਲ ਦੇ ਉੱਤੇ ਰਿਐਕਸ਼ਨ ਲੈਣਾ। ਡਾਕਟਰ ਰਾਜਕੁਮਾਰ ਚੱਬੇਵਾਲ ਹੁਣਾਂ ਤੋਂ ਮੈਂ ਪਹਿਲੇ ਜਵਾਬ ਲੈਣਾ। ਡਾਕਟਰ ਸਾਹਿਬ, ਅਕਾਲੀ ਦਲ ਦੇ ਉੱਤੇ ਹਮੇਸ਼ਾ ਐਲੀਗੇਸ਼ਨ ਲਾਉਂਦੇ ਸੀਗੇ ਕਿ ਅਕਾਲੀ ਦਲ ਆਪ ਦੀ ਇੱਕ ਕੁਰਸੀ ਬਚਾਉਣ ਦੇ ਲਈ ਸਟੈਂਡ ਨਹੀਂ ਲੈਂਦਾ। ਹੁਣ ਬੜਾ ਮਤਲਬ ਉਹਨਾਂ ਨੇ ਕਲੀਅਰ ਸਟੈਂਡ ਲੈ ਲਿਆ ਕਿ ਤੇਲ ਦੀਆਂ ਕੀਮਤਾਂ ਸਟੇਟ ਵੀ ਘੱਟ ਕਰੇ, ਸੈਂਟਰ ਵੀ ਘੱਟ ਕਰੇ। ਹੁਣ ਪਹਿਲੇ ਕੌਣ ਘੱਟ ਕਰਦਾ, ਉਹ ਸ਼ਬਦਾਂ ਦੇ ਹੇਰ-ਫੇਰ ਦੇ ਵਿੱਚ ਕੁਝ ਪੋਲੀਟੀਕਲ ਡਿਫਰੈਂਸ ਹੋ ਸਕਦਾ, ਪਰ ਐਟਲੀਸਟ ਉਹ ਕਲੀਅਰਲੀ ਆਏ ਤੇ ਹੈਗੇ ਇਸ ਮੁੱਦੇ ਦੇ ਉੱਤੇ। ਪਰ ਇਹ ਗੱਲ ਸੱਚ ਹੈਗੀ ਹੈ, ਜੇ ਕਿਸਾਨਾਂ ਦੇ ਪੱਖ ਦੀ ਗੱਲ ਕਾਂਗਰਸ ਕਹਿੰਦੀ ਕਿ ਅਸੀਂ ਕਿਸਾਨਾਂ ਦੇ ਹੱਕ 'ਚ ਫੈਸਲੇ ਲਏ, ਪਰ ਤੇਲ ਵਧਣ ਦੇ ਨਾਲ ਨਾ ਸਿਰਫ ਕਿਸਾਨਾਂ ਤੇ ਭਾਰ ਪੈਂਦਾ, ਬਲਕਿ ਜਦੋਂ ਮਾਲ ਭਾੜਾ ਵੱਧਦਾ ਤੇ ਹਰ ਵਰਗ ਦੇ ਉੱਤੇ ਮਹਿੰਗਾਈ ਦਾ ਬੋਝ ਆਉਣਾ ਹੀ ਆਉਣਾ, ਉਹਨੂੰ ਰੋਕਿਆ ਨਹੀਂ ਜਾ ਸਕਦਾ। ਜੀ ਪਮਿਲ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਲਈ ਜ਼ਰੂਰ ਕਹਾਂਗਾ ਕਿ ਬਹੁਤ ਦੇਰ ਕਰਦੀ ਮਿਹਰਬਾਨ ਆਤੇ ਆਤੇ। ਭਾਜਪਾ ਸਰਕਾਰ, ਸ਼੍ਰੋਮਣੀ ਅਕਾਲੀ ਦਲ ਭਾਜਪਾ ਪਿਛਲੇ 6 ਸਾਲ ਤੋਂ ਸੈਂਟਰ ਦੇ ਵਿੱਚ ਰਾਜ ਕਰ ਰਹੀ ਹੈ। ਔਰ ਪਮਿਲ ਜੀ, ਸ਼੍ਰੋਮਣੀ ਅਕਾਲੀ ਦਲ ਨੂੰ 6 ਸਾਲ ਯਾਦ ਕਿਉਂ ਨਹੀਂ ਆਈ? ਜਦੋਂ ਬੈਰਲ ਦਾ ਰੇਟ 60% ਘੱਟ ਸੀ, ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਕਿਉਂ ਮੁਜ਼ਾਹਰੇ ਨਹੀਂ ਕੀਤੇ ਵੀ ਜਿਹੜਾ ਤੇਲ ਦੀ ਕੀਮਤ ਹੈ ਉਹ 60% ਘੱਟ ਕੀਤੀ ਜਾਵੇ? ਜਦੋਂ ਕੇਂਦਰ ਸਰਕਾਰ ਨੇ ਜੋ ਸੈਂਟਰਲ ਐਕਸਾਈਜ਼ ਡਿਊਟੀ ਡੀਜ਼ਲ ਤੇ ਸੀ 3.5 ਰੁਪਏ, 3 ਰੁਪਏ 43 ਪੈਸੇ, ਉਹ ਜਦੋਂ ਕੇਂਦਰ ਸਰਕਾਰ ਨੇ 31 ਰੁਪਏ, 31.5 ਰੁਪਏ ਦੇ ਲਾਗੇ ਕੀਤੀ, ਉਦੋਂ ਕਿਉਂ ਨਹੀਂ ਜਾਗੇ? ਫਿਰ ਪੈਟਰੋਲ ਦੀ ਗੱਲ ਕਰੀਏ, ਸਾਡੀ ਸਰਕਾਰ ਦੇ ਵਿੱਚ 2014 ਦੇ ਵਿੱਚ 9.5 ਰੁਪਏ 20 ਪੈਸੇ ਸੈਂਟਰਲ ਐਕਸਾਈਜ਼ ਡਿਊਟੀ ਸੀ, ਤੇ ਉਹ ਅੱਜ ਵੱਧ ਕੇ ਹੋ ਗਈ 33 ਰੁਪਏ 32 ਰੁਪਏ 98 ਪੈਸੇ। ਉਦੋਂ ਵੀ ਨਹੀਂ ਬੋਲੇ। ਨਹੀਂ ਪਰ ਡਾਕਟਰ ਸਾਹਿਬ ਦੇਖੋ, ਸਾਨੂੰ ਫੇਅਰ ਪਲੇ ਕਰਨਾ ਚਾਹੀਦਾ। ਡਾਕਟਰ ਸਾਹਿਬ, ਸਾਨੂੰ ਫੇਅਰ ਪਲੇ ਕਰਨਾ ਚਾਹੀਦਾ। ਮਤਲਬ ਕਿਸੇ ਦੇ ਸੁੱਤੇ ਰਹਿਣ ਤੇ ਇਤਰਾਜ਼ ਹੋ ਸਕਦਾ ਜੇ ਉੱਠ ਕੇ ਤੇ ਉਹ ਕੋਈ ਲੇਟ ਕੇ ਉੱਠਿਆ, ਪਰ ਐਟਲੀਸਟ ਤੁਹਾਨੂੰ ਇਸ ਤੇ ਫੇਅਰਲੀ ਜਵਾਬ ਤੇ ਦੇਣਾ ਚਾਹੀਦਾ ਨਾ। ਨਹੀਂ, ਮੈਂ ਦੱਸਦਾ ਨਾ ਕਿਉਂ ਉੱਠੇ। ਮੈਂ ਹੁਣ ਦੱਸਣ ਲੱਗਾ ਤੁਹਾਨੂੰ ਕਿਉਂ ਉੱਠੇ। ਉਸ ਤੋਂ ਬਾਅਦ ਕਰੋਨਾ ਸੰਕਟ ਦੇ ਨਾਲ, ਮਹਾਮਾਰੀ ਦੇ ਨਾਲ ਲੋਕ ਜੂਝ ਰਹੇ ਆ। 12-12, 13-13 ਰੁਪਏ ਜਿਹੜੇ ਪੈਟਰੋਲ ਡੀਜ਼ਲ ਦੇ ਰੇਟ ਵਧਾ ਦਿੱਤੇ। ਔਰ ਕਦੀ ਇਤਿਹਾਸ ਵਿੱਚ ਐਸਾ ਨਹੀਂ ਹੋਇਆ ਕਿ ਡੀਜ਼ਲ ਦਾ ਰੇਟ ਜਦੋਂ ਪੈਟਰੋਲ ਨਾਲੋਂ ਜ਼ਿਆਦਾ ਹੋਵੇ, ਤੇ ਉਦੋਂ ਵੀ ਨਹੀਂ ਬੋਲੇ। ਅੱਜ 7 ਤਰੀਕ ਨੂੰ, ਅੱਜ ਦੀ ਤਰੀਕ ਦੇ ਵਿੱਚ ਬੋਲਣ ਦਾ ਜੋ ਇੱਕੋ ਹੀ ਲੌਜਿਕ ਹੈ ਕਿ ਅੱਜ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਜੀ ਨੇ ਪਾਰਟੀ ਲਾਂਚ ਕਰਨੀ ਸੀ ਔਰ ਇਹਨਾਂ ਨੇ ਉਹਨਾਂ ਨੂੰ ਸਬਡਿਊ ਕਰਨਾ ਸੀ, ਔਰ ਇੰਨੇ ਕੁ ਤਾਨੇ ਮਿਹਣੇ ਹੋ ਚੁੱਕੇ ਸੀ ਕਿ ਕੇਂਦਰ ਸਰਕਾਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਾਡਾ ਪਾਰਟਨਰ ਹੈ, ਉਹ ਬੋਲਦਾ ਕਿਉਂ ਨਹੀਂ? ਅੱਜ ਇਹਨਾਂ ਨੂੰ, ਕਿਉਂਕਿ ਅੱਜ ਇਹਨਾਂ ਨੇ ਰਾਜਨੀਤਿਕ ਗਤੀਵਿਧੀ ਕੀਤੀ ਆ, ਅੱਜ ਕੋਈ ਦਿਲੋਂ ਗਤੀਵਿਧੀ ਨਹੀਂ ਕੀਤੀ ਇਹਨਾਂ ਨੇ। ਅੱਜ ਸਿਰਫ ਉਸ ਨੂੰ ਸਬਡਿਊ ਕਰਨ ਦੇ ਲਈ ਅੱਜ ਆ ਗਏ। ਚਲੋ ਦੇਰ ਆਏ ਦਰੁਸਤ ਹੈ, ਮੈਂ ਕਹਿੰਦਾ ਠੀਕ ਹੈ। ਜੇਕਰ ਆਪਾਂ ਪੰਜਾਬ ਦੀ ਇਹ ਗੱਲ ਕਰਦੇ ਆ,
ਅੱਜ ਕੇਂਦਰ ਸਰਕਾਰ ਨੇ 12-12 13-13 ਰੁਪਏ ਜਿਹੜੇ ਆ ਉਸ ਤੋਂ ਵੀ ਜ਼ਿਆਦਾ ਜਿਹੜਾ ਉਹ ਰੇਟ ਜਿਹੜਾ ਪੈਟਰੋਲ ਡੀਜ਼ਲ ਦਾ ਵੱਧ ਚੁੱਕਾ ਔਰ ਇਹ ਆਪਣੇ ਆਪ ਨੂੰ ਕਿਸਾਨ ਹਮਾਇਤੀ ਪਾਰਟੀ ਕਹਿੰਦੇ ਆ। ਔਰ ਹੈਰਾਨੀ ਦੀ ਗੱਲ ਹੈ ਕਿ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਆ ਉਹ ਪੈਟਰੋਲ ਨਾਲੋਂ ਵੀ ਅੱਗੇ ਲੰਘ ਗਈਆਂ ਔਰ ਉਸ ਤੋਂ ਇਲਾਵਾ ਅੱਜ ਜੇਕਰ ਬੋਲੇ ਆ ਤੇ ਉਸ ਦਾ ਬਹੁਤ ਵੱਡਾ ਕਾਰਨ ਮੈਂ ਸਮਝਦਾ ਕਿ ਇਹ ਕਾਰਨ ਹੈ ਕਿ ਅੱਜ ਜਿਹੜਾ ਅੱਜ ਇਹਨਾਂ ਦਾ ਏਜੰਡਾ ਜਿਹੜਾ ਉਹ ਹੋਰ ਹੈ ਔਰ 3 ਆਰਡੀਨੈਂਸ ਆਏ 3 ਆਰਡੀਨੈਂਸ ਤੇ ਵੀ ਨਹੀਂ ਬੋਲੇ ਔਰ ਜੇਕਰ ਅੱਜ ਸਿਰਫ ਇਸ ਤੇ ਬੋਲੇ ਆ ਤੇ ਇਸ ਦਾ ਕਾਰਨ ਸਿਰਫ ਤੇ ਸਿਰਫ ਰਾਜਨੀਤਿਕ ਨਹੀਂ ਚਲੋ ਠੀਕ ਹੈ ਡਾਕਟਰ ਸਾਹਿਬ ਅਗਰ ਇਹ ਬੋਲੇ ਆ ਅਗਰ ਉਹਦੇ ਪਿੱਛੇ ਨਹੀਂ ਪੰਜਾਬ ਸਰਕਾਰ ਨੇ ਜੇਕਰ ਪੈਟਰੋਲ ਤੇ ਵਧਾਏ ਆ 1 ਰੁਪਈਆ ਪੰਜਾਬ ਸਰਕਾਰ ਦਾ ਪੈਟਰੋਲ ਤੇ ਵਧਿਆ ਔਰ ਡੀਜ਼ਲ ਤੇ 53 ਪੈਸੇ ਵਧੇ ਆ ਠੀਕ ਹੈ ਵਧੇ ਆ ਅਸੀਂ ਵੀ ਕਹਿੰਦੇ ਆ ਪਰੰਤੂ ਇਹ ਕਹਿੰਦੇ ਕਿ ਪੰਜਾਬ ਨੂੰ ਪਹਿਲਾਂ ਘੱਟ ਕਰਨੇ ਚਾਹੀਦੇ ਆ ਜਿਨ 15 ਰੁਪਏ ਵਧਾਏ ਪਹਿਲਾਂ ਉਹਨੂੰ ਘੱਟ ਕਰਨ ਲਈ ਜਿਸ ਸਰਕਾਰ ਦੇ ਭਾਈਵਾਲ ਹੈ ਇਹਨਾਂ ਨੂੰ ਪਹਿਲਾਂ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਭਾਈ ਸਾਹਿਬ ਮੋਦੀ ਸਾਹਿਬ ਪਹਿਲਾਂ ਆਪਣੇ 10 ਰੁਪਏ ਘਟਾਓ ਅਸੀਂ ਅੱਜ ਹੀ ਵੈਟ ਘਟਾਉਂਦੇ ਅਸੀਂ ਵੈਟ ਘਟਾਉਂਦੇ ਅੱਜ ਜਿੰਨਾ ਅਸੀਂ ਵਧਾਇਆ ਅਸੀਂ ਉਹਨੂੰ ਰੋਲ ਬੈਕ ਕਰ ਲੈਂਦੇ ਆ ਪਰੰਤੂ ਮੋਦੀ ਸਾਹਿਬ ਨੂੰ ਕਹਿਣ ਜਿਹੜੇ ਰੋਡ ਸੈਸ ਤੱਕ ਤਾਂ ਲੈ ਲਿਆ ਲੋਕਾਂ ਦੀ ਜਾਨ ਕੱਢ ਦਿੱਤੀ ਲੋਕਾਂ ਨੂੰ 200 300 ਰੁਪਈਆ ਦੇ ਕੇ ਉਹ ਪੈਟਰੋਲ ਰਾਹੀਂ ਉਹਨਾਂ ਦੀ ਜੇਬਾਂ ਜਿਹੜੀਆਂ ਕੱਟੀਆਂ ਜਾ ਰਹੀਆਂ ਜੇਬਾਂ ਤੇ ਡਾਕਾ ਮਾਰਿਆ ਜਾ ਰਿਹਾ। ਠੀਕ ਹੈ ਡਾਕਟਰ ਸਾਹਿਬ ਨਹੀਂ ਡਾਕਟਰ ਸਾਹਿਬ ਦੇਖੋ ਉਹਨਾਂ ਨੇ ਕਹਿ ਦਿੱਤਾ ਹੁਣ ਆਖਿਰਕਾਰ ਉਹਨਾਂ ਨੇ ਅਕਾਲੀ ਦਲ ਦੇ ਹੁਣ ਤੁਸੀਂ ਉਹਦਾ ਪੋਲੀਟੀਕਲ ਮਾਇਨੇ ਕੱਢ ਲਓ ਕਿ ਅਕਾਲੀ ਦਲ ਅੱਜ ਕਿਉਂ ਬੋਲਿਆ ਪਰ ਉਹਨਾਂ ਨੇ ਕਿਹਾ ਤੇ ਹੈਗਾ ਕਿ ਤੁਸੀਂ ਵੈਟ ਘੱਟ ਕਰੋ ਸੈਂਟਰ ਵੀ ਕਰੇ ਸਟੇਟ ਵੀ ਕਰੇ ਮੈਨੂੰ ਲੱਗਦਾ ਕਿ ਅਕਾਲੀ ਦਲ ਦੇ ਕੋਲੋਂ ਜਿਸ ਤਰ੍ਹਾਂ ਦੇ ਮਤਲਬ ਪੋਲੀਟੀਕਲ ਸਿਨੈਰੀਓ ਹੈਗਾ ਉਹਦੇ ਵਿੱਚ ਇੰਨਾ ਵੀ ਐਕਸਪੈਕਟ ਨਹੀਂ ਕੀਤਾ ਜਾ ਰਿਹਾ ਸੀਗਾ ਕਾਫੀ ਸਮੇਂ ਦੇ ਉੱਤੋਂ ਕਿ ਅਕਾਲੀ ਦਲ ਖੁੱਲ ਕੇ ਸੈਂਟਰ ਦੇ ਅਗੇਂਸਟ ਇੰਨਾ ਵੀ ਸਟੈਂਡ ਲਏਗਾ ਕਿ ਤੁਸੀਂ ਤੇਲ ਦੀਆਂ ਕੀਮਤਾਂ ਘੱਟ ਕਰੋ ਹੁਣ ਉਹ ਸੁਖਦੇਵ ਸਿੰਘ ਢੀਂਡਸਾ ਨਾਲ ਕਨੈਕਸ਼ਨ ਜਿਹੜਾ ਹੈਗਾ ਉਹ ਵੱਖਰਾ ਹੈਗਾ ਜੀ ਉਸ ਤੇ ਵੀ ਗੱਲ ਕਰਾਂਗੇ ਅਮਨ ਅਰੋੜਾ ਹੋਣਾ ਤੋਂ ਪਹਿਲਾਂ ਰਿਐਕਸ਼ਨ ਲੈ ਲਈ ਅਮਨ ਜੀ ਤੁਸੀਂ ਕਹਿੰਦੇ ਬੀ ਟੀਮ ਹੋ ਗਏ ਕਾਂਗਰਸ ਦੇ ਔਰ ਦਿੱਲੀ ਦੇ ਵੈਟ ਦੇ ਉੱਤੇ ਗੱਲ ਨਹੀਂ ਕਰ ਰਹੇ ਹਾਲਾਂਕਿ ਵਿਕਰਮ ਮਜੀਠੀਆ ਉਹਨਾਂ ਦੀ ਇੱਕ ਬੜੀ ਹਾਰਡ ਸਟੇਟਮੈਂਟ ਹੈਗੀ ਹੈ ਮੈਂ ਉਹ ਸ਼ਬਦ ਕੋਟ ਨਹੀਂ ਕਰਨਾ ਚਾਹੁੰਦਾ ਦੇਖੋ ਇਸ ਤਰ੍ਹਾਂ ਹੈ ਕਿ ਨਾ ਤਾਂ ਅਸੀਂ ਵਿਕਰਮ ਮਜੀਠੀਆ ਜਾਂ ਕਿਸੇ ਹੋਰ ਲੀਡਰ ਦੀ ਕਿਸੇ ਵੀ ਹਲਕੇ ਔਰ ਨਿਚਲੇ ਦਰਜੇ ਦੀ ਘਟੀਆ ਸਟੇਟਮੈਂਟ ਦੇ ਅਸੀਂ ਕੋਈ ਉਹਦੇ ਉੱਪਰ ਰਿਐਕਟ ਕਰਕੇ ਆਪਦਾ ਵੀ ਸਟੇਟਸ ਹੈ ਜਿਹੜਾ ਉਹ ਨਹੀਂ ਘਟਾਉਣਾ ਚਾਹੁੰਦੇ ਹੈਗੇ ਦੂਜੀ ਰਹੀ ਗੱਲ ਕਿ ਨਾ ਹੀ ਸਾਨੂੰ ਭਾਵੇਂ ਜੀ ਕਿਸੇ ਅਕਾਲੀ ਜਾਂ ਕਾਂਗਰਸੀ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਹੈ ਵੀ ਅਸੀਂ ਕਿਹਦੀ ਏ ਟੀਮ ਆ ਕਿਹਦੀ ਬੀ ਟੀਮ ਆ ਨੰਬਰ 1 ਆ ਨੰਬਰ 2 ਜਦੋਂ ਗੱਲ ਆ ਗਈ ਪੈਟਰੋਲ ਡੀਜ਼ਲ ਦੀਆਂ ਪ੍ਰਾਈਸਿਸ ਦੀ ਗੱਲ ਸਵਾਲ ਇਹ ਹੈ ਕਿ ਅੱਜ ਲੋਕ ਲੁੱਟੇ ਕਿਉਂ ਜਾ ਰਹੇ ਨੇ ਉਹ ਇਸ ਕਰਕੇ ਕਿਉਂਕਿ 3 ਪਾਸਿਓਂ ਮਾਰ ਹੈ ਜਿਹੜੀ ਉਹ ਅੱਜ ਮੁਲਕ ਦੇ ਵਿੱਚ ਪੈ ਰਹੀ ਹੈ ਨੰਬਰ 1 ਸੈਂਟਰਲ ਗਵਰਨਮੈਂਟ ਨੇ ਪਹਿਲਾਂ 13 ਮਾਰਚ ਨੂੰ 3 ਰੁਪਏ ਐਕਸਾਈਜ਼ ਡਿਊਟੀ ਵਧਾਈ ਪੈਟਰੋਲ ਡੀਜ਼ਲ ਦੇ ਉੱਪਰ ਉਸ ਤੋਂ ਬਾਅਦ 6 ਮਈ ਨੂੰ 10 ਰੁਪਏ ਔਰ 13 ਰੁਪਏ ਪੈਟਰੋਲ ਡੀਜ਼ਲ ਦੇ ਉੱਪਰ ਵਧਾ ਦਿੱਤਾ ਉਸ ਤੋਂ ਜਿਹਦੇ ਨਾਲ ਤਕਰੀਬਨ 2.25 ਲੱਖ ਕਰੋੜ ਹੈ ਜਿਹੜਾ ਉਹ ਕਰੋਨਾ ਦੀ ਇਹਨਾਂ ਮਹਾਮਾਰੀ ਦੇ ਦਿਨਾਂ ਦੇ ਵਿੱਚ ਵੀ ਕੇਂਦਰ ਸਰਕਾਰ ਨੇ 2.25 ਲੱਖ ਕਰੋੜ ਐਡੀਸ਼ਨਲ ਕਮਾਈ ਕਰ ਲਈ ਨੰਬਰ 1 ਜਦ ਕਿ ਉਹ ਪੈਸਾ ਜਿਹੜਾ ਮੈਂ ਸਮਝਦਾ ਕਿ ਲੋਕਾਂ ਨੂੰ ਉਹਦਾ ਬੈਨੀਫਿਟ ਮਿਲਣਾ ਚਾਹੀਦਾ ਸੀਗਾ ਕਿਉਂਕਿ ਇੰਟਰਨੈਸ਼ਨਲੀ ਕਰੂਡ ਆਇਲ ਦੀਆਂ ਪ੍ਰਾਈਸਿਸ ਨੇ ਜਿਹੜੀਆਂ ਉਹ ਪਿਛਲੇ ਕਈ ਦਹਾਕੇ ਤੋਂ ਸਭ ਤੋਂ ਲੋਐਸਟ ਸੀਗੀਆਂ ਬਲਕਿ 21 ਅਪ੍ਰੈਲ ਨੂੰ ਤਾਂ ਯੂਐਸ ਦੇ ਵਿੱਚ ਤੇਲ ਵੇਚਣ ਦੇ ਉੱਪਰ ਪੈਸੇ ਦਿੱਤੇ ਜਾ ਰਹੇ ਸੀ ਆਇਲ ਕੰਪਨੀਆਂ ਵੱਲੋਂ ਬਿਲਕੁਲ ਦੂਜੀ ਗੱਲ ਆ ਜਿਹੜੀਆਂ ਕੰਪਨੀਆਂ ਨੇ ਚਾਹੇ ਉਹ ਸਰਕਾਰੀ ਪੀਐਸਯੂਜ਼ ਨੇ ਤੇ ਚਾਹੇ ਉਹ ਰਿਲਾਇੰਸ ਔਰ ਐਸਆਰ ਹੈ ਇਹਨਾਂ ਨੂੰ ਇਹ ਖੁੱਲ ਕਿਹਨੇ ਦਿੱਤੀ ਕਿ ਤੁਸੀਂ ਹਰ ਰੋਜ਼ ਰੇਟ ਵਧਾ ਦਿਓ ਡੀ ਰੈਗੂਲਰਾਈਜੇਸ਼ਨ ਦੇ ਨਾਂ ਦੇ ਉੱਪਰ ਪ੍ਰਾਈਸਿਸ ਦੇ ਤੁਸੀਂ ਲੋਕਾਂ ਦੀ ਲੁੱਟ ਕਿਵੇਂ ਅਲਾਉ ਕਰ ਸਕਦੇ ਹੋ ਮੈਨੂੰ ਅੱਜ ਇਹ ਨਹੀਂ ਔਰ ਤੀਜਾ ਜਿਹੜਾ ਸਟੇਟਸ ਨੇ ਸਾਰੀਆਂ ਸਟੇਟਸ ਨੇ ਵੈਟ ਜਿਹੜਾ ਉਹ ਵਧਾਇਆ ਮੈਨੂੰ ਅੱਜ ਇਹ ਸਮਝ ਨਹੀਂ ਆ ਰਹੀ ਸੀਗੀ ਕਿ ਸ਼੍ਰੋਮਣੀ ਅਕਾਲੀ ਦਲ ਸਤਿਕਾਰਯੋਗ ਨੇ ਵਲਟੋਵਾਲ ਸਾਹਿਬ ਮੇਰੇ ਮੈਨੂੰ ਇਹ ਨਹੀਂ ਸਮਝ ਆ ਰਹੀ ਸੀ ਕਿ ਵੀ ਉਹ ਪ੍ਰੋਟੈਸਟ ਕਰ ਕਿਹਦੇ ਅਗੇਂਸਟ ਰਹੇ ਨੇ ਤੁਸੀਂ ਕਿਉਂ ਇੰਨੀ ਗਰਮੀ ਦੇ ਵਿੱਚ ਧੁੱਪੇ ਪ੍ਰੋਟੈਸਟ ਕੀਤਾ ਇਹਦੇ ਜਿਹੜੇ ਫੈਸਲੇ ਨੇ ਜਿਹੜੇ ਸੈਂਟਰਲ ਐਕਸਾਈਜ਼ ਵਧੀਆ ਉਹ ਕੈਬਨਿਟ ਦੇ ਫੈਸਲੇ ਨਾਲ ਵਧੀਆ ਕੈਬਨਿਟ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਜੀ ਦੇ ਪ੍ਰੋਪਰ ਸਾਈਨ ਹੋਏ ਨੇ ਇਹ ਜਾ ਕੇ ਪ੍ਰੋਟੈਸਟ ਉਹਨਾਂ ਦੇ ਘਰ ਦੇ ਬਾਹਰ ਹੀ ਰੱਖ ਲੈਂਦੇ ਤੇ ਮੈਂ ਸਮਝਦਾ ਕਿ ਕੋਈ ਨਾ ਕੋਈ ਹੱਲ ਹੈ ਜਿਹੜਾ ਉਹ ਹੋ ਜਾਂਦਾ ਸੋ ਇਹ ਅੱਜ ਡਰਾਮਾ ਕਿਹਦੇ ਅਗੇਂਸਟ ਕੀਤਾ ਮੇਰੇ ਹਜੇ ਤੱਕ ਨਾ ਹੀ ਪੰਜਾਬ ਦੇ ਲੋਕਾਂ ਦੇ ਹਜੇ ਤੱਕ ਪੱਲੇ ਨਹੀਂ ਪਈ ਹੈਗੀ ਵੀ ਇਹ ਡਰਾਮਾ ਕਰਕੇ ਰੋਣੇ ਚਲੋ ਠੀਕ ਹੈ ਪੋਲੀਟੀਕਲ ਪਾਰਟੀਆਂ ਨੇ ਇਹ ਜਿਹਾ ਕੁਝ ਕਰਨਾ ਹੁੰਦਾ ਪਰ ਕਰ ਕਿਹਦੇ ਅਗੇਂਸਟ ਇਹਨੇ ਨਹੀਂ ਸਮਝ ਆਈ ਹੈਗੀ ਅਗਲੀ ਗੱਲ ਆ ਹੁਣ ਇਹਨਾਂ ਨੇ ਗੱਲ ਕੀਤੀ ਕਿ ਪਹਿਲਾਂ ਕੌਣ ਪਹਿਲੇ ਆਪ ਉਹ ਇੱਕ ਗੱਡੇ ਨਾਲ ਕੱਟਾ ਬੰਨ ਰੱਖਿਆ ਦੋਨੋਂ ਪਾਰਟੀਆਂ ਨੇ ਪਹਿਲਾਂ ਤੁਸੀਂ ਘਟਾ ਦਿਓ ਮੈਂ ਇੱਕ ਇਹਨਾਂ ਨੂੰ ਫਾਰਮੂਲਾ ਦੇਣਾ ਕਿ ਜਿਹਨੇ ਪਹਿਲਾਂ ਵਧਾਇਆ ਉਹ ਪਹਿਲਾਂ ਘਟਾ ਲੇ 13 ਮਾਰਚ ਨੂੰ ਕੇਂਦਰ ਸਰਕਾਰ ਨੇ 3 ਰੁਪਏ ਵਧਾਇਆ ਘਟਾ ਲੈਣ ਉਸ ਤੋਂ ਬਾਅਦ ਜੇ ਪੰਜਾਬ ਨੇ ਜਿਹੜੀ ਰੇਟ ਨੂੰ ਵਧਾਇਆ ਤੇ ਉਸ ਤੋਂ ਬਾਅਦ ਸੈਂਟਰ ਨੇ ਜਿਹੜੀ ਰੇਟ ਨੂੰ ਵਧਾਇਆ 10 13 ਰੁਪਏ 6 ਮਈ ਸੀਗੀ
ਉਹਦੇ ਅਕੋਰਡਿੰਗਲੀ ਘਟਾ ਲੈਣ ਇਹ। ਸੋ ਇਹ ਗੱਡੇ ਨਾਲ ਕੱਟਾ ਨਾ ਬੰਨੋ, ਇਹ ਲੋਕਾਂ ਨੂੰ ਬੇਵਕੂਫ ਨਾ ਬਣਾਈਏ। ਆਪਾਂ ਸਪਸ਼ਟ ਜਿਹੜੀਆਂ ਜੇ ਸਹੀ ਮਾਇਨੇ ਚ ਆਪਾਂ ਸਵੇਰ ਦਾ ਘਟਾਉਣਾ ਚਾਹੁੰਦੇ ਤੇ ਬੜਾ ਸਿੰਪਲ ਤਰੀਕਾ। ਕੀ ਖਾਸ ਗੱਲ ਹੈ ਇਸ ਚ? ਅਗਲੀ ਗੱਲ ਆ, ਹੁਣ ਵਲਟੋਹਾ ਸਾਹਿਬ ਨੇ ਇੱਕ ਗੱਲ ਕੀਤੀ ਕਿ ਜੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ 30% ਕਰਤਾ। ਵਲਟੋਹਾ ਸਾਹਿਬ, ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਅੱਜ ਦਿੱਲੀ ਦੇ ਵਿੱਚ ਪੈਟਰੋਲ ਔਰ ਡੀਜ਼ਲ ਦੋਨਾਂ ਦੇ ਉੱਪਰ ਵੈਟ 30% ਹੈ। ਠੀਕ ਹੈ, ਮੰਨਦੇ ਆ, ਅਸੀਂ ਵੀ ਵਧਾਇਆ, ਕੋਈ ਇਸ਼ੂ ਨਹੀਂ ਹੈਗਾ। ਪਰ ਸਵਾਲ ਇਹ ਹੈ ਵੀ ਜਦੋਂ ਤੁਹਾਡੀ ਮੋਦੀ ਵਾਲੀ ਸਰਕਾਰ ਸੀਗੀ 10 ਸਾਲ, 2008 ਦੇ ਵਿੱਚ ਪਮਿਲ ਜੀ ਡੀਜ਼ਲ ਦੇ ਉੱਪਰ ਵੈਟ ਸੀਗਾ 8.8%, ਜਿਹੜਾ ਕਿ ਜਾਣ ਲੱਗੇ 2017 ਦੇ ਵਿੱਚ 17% ਕਰ ਗਏ ਤੇ ਹੁਣ ਤੱਕ ਉਹ 17 ਹੀ ਚੱਲਦਾ ਰਿਹਾ 3 ਸਾਲ। ਪੈਟਰੋਲ ਦੇ ਉੱਪਰ 27.5 ਸੀਗਾ, 27.5 ਸੀਗਾ ਤੇ ਇਹ ਜਾਂਦੇ ਹੋਏ ਕਰ ਗਏ 37%। ਦਿੱਲੀ ਦੇ ਵਿੱਚ ਅੱਜ ਵੀ ਵਧਾਉਣ ਤੋਂ ਬਾਅਦ ਵੀ 27 ਤੋਂ 30 ਕੀਤਾ ਸੀ। ਅੱਜ ਵੀ ਪੰਜਾਬ ਨਾਲੋਂ ਜਿਹੜਾ ਤੁਸੀਂ ਵਧਾਇਆ ਸੀ ਉਹਦੇ ਨਾਲ 7% ਡਾਊਨ ਹੈ, ਘੱਟ ਹੈ। ਸੋ ਇਸ ਕਰਕੇ ਆਪਾਂ ਲੋਕਾਂ ਨੂੰ ਗੁੰਮਰਾਹ ਨਾ ਕਰੋ। ਔਰ ਡੀਜ਼ਲ ਦੇ ਉੱਪਰ ਵਧਾਉਣ ਦੇ ਨਾਲ ਜੇ ਡੀਜ਼ਲ ਦੇ ਉੱਪਰ 30 ਹੋ ਵੀ ਗਿਆ, ਅਸੀਂ ਡੀਜ਼ਲ ਦੇ ਜਿੰਨੇ ਉੱਥੇ ਕਿਸਾਨ ਕੋਈ ਨਹੀਂ ਹੈਗਾ। ਦੇਖੋ ਦਿੱਲੀ ਦੇ ਵਿੱਚ ਉੱਥੇ ਜਿੰਨੀਆਂ ਗੱਡੀਆਂ ਨੇ, ਚਾਹੇ ਅੱਜ ਕੱਲ 70% ਗੱਡੀਆਂ ਨੇ ਜਿਹੜੀਆਂ, ਉਹ ਚਾਹੇ 70 ਲੱਖ ਦੀ ਜਾਂ 1 ਕਰੋੜ ਦੀ ਮਰਸਡੀਜ਼ ਹੈ, ਉਹ ਵੀ ਡੀਜ਼ਲ ਦੇ ਉੱਪਰ ਚੱਲਦੀ ਹੈ। ਸੋ ਦਿੱਲੀ ਦੇ ਵਿੱਚ ਪੈਟਰੋਲ ਔਰ ਡੀਜ਼ਲ ਦਾ ਲੰਬਾ ਚੌੜਾ ਫਰਕ ਕੋਈ ਨਹੀਂ ਹੈਗਾ। ਹਾਂ, ਪੰਜਾਬ ਦੇ ਵਿੱਚ ਫਰਕ ਉਹ ਇਸ ਕਰਕੇ ਪੈਂਦਾ ਹੈ ਕਿਉਂਕਿ ਇੱਥੇ ਤਕਰੀਬਨ 60-65% ਕੰਜ਼ੰਪਸ਼ਨ ਹੈ ਜਿਹੜੀ ਅਮਨ ਜੀ ਦਿੱਲੀ ਦੇ ਵਿੱਚ ਡੀਜ਼ਲ ਦੀ ਕੀਮਤ ਜਿਹੜੀ ਹੈਗੀ ਹੈ ਉਹ ਪੈਟਰੋਲ ਨਾਲੋਂ 10 ਪੈਸੇ ਜ਼ਿਆਦਾ ਹੈਗੀ ਹੈ। ਉਹ ਫਰਕ ਉਹਦਾ ਪੈਂਦਾ ਹੈਗਾ ਬਿਲਕੁਲ, ਜਦੋਂ ਤੁਹਾਡੀ ਟਰਾਂਸਪੋਰਟੇਸ਼ਨ ਮਹਿੰਗੀ ਹੁੰਦੀ ਹੈ ਔਰ ਹਰ ਚੀਜ਼ ਦੀ ਕੀਮਤ ਦੇ ਉੱਤੇ ਫਰਕ ਪੈਂਦਾ ਹੈਗਾ। ਤੀਸਰੀ ਗੱਲ ਇਹ ਹੈਗੀ ਕਿ ਜਦੋਂ ਦਿੱਲੀ ਦਾ ਹਰ ਮਾਡਲ ਆਮ ਆਦਮੀ ਪਾਰਟੀ ਪੰਜਾਬ 'ਚ ਆ ਕੇ ਉਸ ਨੂੰ ਪੋਸਟਰ ਲਾ ਕੇ ਦਿਖਾਉਂਦੀ ਹੈਗੀ ਹੈ, ਫਿਰ ਇਸ ਚੀਜ਼ ਦਾ ਇਹ ਤਰਕ ਨਹੀਂ ਹੋ ਸਕਦਾ ਕਿ 7% ਦਾ ਹੀ ਫਰਕ ਹੈਗਾ। 7% ਦਾ ਫਰਕ ਵੀ ਕੋਵਿਡ ਦੇ ਸਮੇਂ ਦੇ ਵਿੱਚ ਜਦੋਂ ਲੋਕਾਂ ਨੂੰ ਇਕਨੋਮਿਕਲੀ ਮਾਰ ਪਈ ਹੋਈ ਹੈ, ਉਦੋਂ ਹੀ ਚੀਜ਼ ਵਾਈਬਲ ਨਹੀਂ ਲੱਗਦੀ ਜੀ। 1 ਮਿੰਟ, ਅਸੀਂ ਜੇ ਸਾਰਾ ਮਾਡਲ ਅਡਾਪਟ ਕਰਨਾ ਤਾਂ ਸਾਰਾ ਕਰੋ ਨਾ। ਕੱਲੀ ਇੱਕ ਦਿੱਲੀ ਸਰਕਾਰ ਇਹੋ ਜਿਹੀ ਹੈ ਜਿਹਨੇ ਆਪਦੇ ਸਾਰੇ ਟੈਕਸੀਆਂ ਵਾਲਿਆਂ ਨੂੰ, ਸਾਰੇ ਆਟੋ ਵਾਲਿਆਂ ਨੂੰ, ਸਾਰੇ ਜਿਹੜੇ ਟੈਕਸੀਆਂ ਆਟੋ ਵਾਲੇ ਹੈਗੇ ਉਹਨਾਂ ਨੂੰ 5-5000 ਰੁਪਏ ਮਹੀਨਾ ਦੇ ਰਹੀ ਹੈ ਦਿੱਲੀ ਦੀ ਸਰਕਾਰ। ਪੰਜਾਬ ਦੇ ਵਿੱਚ ਜਾਂ ਕੇਂਦਰ ਦੀ ਸਰਕਾਰ ਨੇ ਦਿੱਤਾ। ਤੁਸੀਂ ਵਲਟੋਆ, ਹਾਂ ਠੀਕ ਹੈ, ਤੁਸੀਂ ਵਲਟੋਆ ਸਾਹਿਬ ਕੋਲ ਜਵਾਬ ਲੈ ਲਓ ਪਹਿਲੇ। ਵਲਟੋਆ ਸਾਹਿਬ, 2 ਐਲੀਗੇਸ਼ਨ ਹੈਗੇ ਆ, 2 ਐਲੀਗੇਸ਼ਨ ਵੱਡੇ ਐਲੀਗੇਸ਼ਨ ਲਾਏ। ਜਿਹੜੀ ਚੀਜ਼ ਉਹਨਾਂ ਨੇ ਕਹੀ ਹੈ ਕਿ ਕੈਬਨਿਟ ਦੇ ਵਿੱਚ ਡਿਸੀਜਨ ਹੋਇਆ ਜਿਸ ਦੇ ਵਿੱਚ ਹਰਸਿਮਰਤ ਬਾਦਲ ਦੀ ਕੰਸੈਂਟ ਹੈਗੀ। ਔਰ ਦੂਸਰੀ ਗੱਲ ਜਿਹੜੀ ਡਾਕਟਰ ਰਾਜਕੁਮਾਰ ਚੱਬੇਵਾਲ ਹੋਣਾ ਨੇ ਕਹੀ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਅਨਾਉਂਸ ਕਰਨੀ ਸੀਗੀ ਔਰ ਉਸ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਹੈਗਾ ਜਿਹੜੀ ਉਹ ਬਾਦਲ ਫੈਮਿਲੀ ਨੂੰ ਉਹ ਟਾਰਗੇਟ ਕਰ ਰਹੇ ਨੇ ਲਗਾਤਾਰ। ਉਸ ਚੀਜ਼ ਨੂੰ ਕਿਤੇ ਡੀਰੇਲ ਕਰਨ ਦੇ ਲਈ, ਡਿਫਲੈਕਟ ਕਰਨ ਦੇ ਲਈ ਹੀ ਅਕਾਲੀ ਦਲ ਨੇ ਅੱਜ ਦੀ ਸਟ੍ਰੈਟਜੀ ਰਚੀ। ਦੇਖੋ ਪਮਲ ਜੀ, ਸਭ ਤੋਂ ਪਹਿਲਾਂ ਤਾਂ ਮੈਂ ਅਮਨ ਜੀ ਦੇ ਸਵਾਲ ਦਾ ਜਵਾਬ ਦੇਵਾਂਗਾ ਜਾਂ ਜਿਹੜੀ ਉਹਨਾਂ ਗੱਲ ਉਠਾਈ ਹੈ ਕਿ ਜਿਹੜੀਆਂ ਤੇਲ ਦੀਆਂ ਜਾਂ ਪੈਟਰੋਲੀਅਮ ਕੀਮਤਾਂ ਵੱਧਦੀਆਂ ਨੇ ਉਹ ਕੈਬਨਿਟ 'ਚ ਪਾਸ ਹੁੰਦੀਆਂ ਨੇ ਤੇ ਇਹਨਾਂ ਨੂੰ ਬਹੁਤ ਸਿਆਣੇ ਸਮਝਦਾ ਜਾਂ ਸਿਆਣੇ ਸਮਝ ਸੀ ਕਿ ਬੜੇ ਅੰਕੜਿਆਂ ਦੇ ਆਧਾਰ ਤੇ ਕਰਦੇ ਆ, ਬੜੇ ਤੱਥਾਂ ਤੇ ਗੱਲ ਕਰਦੇ। ਅਮਨ ਜੀ ਗੱਲ ਸੁਣ ਲਓ, ਜਿਹੜੀਆਂ ਪੈਟਰੋਲ ਦੀਆਂ ਜਾਂ ਜਿਹੜੀਆਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵੱਧਦੀਆਂ ਨੇ, ਇਹ ਕੇਵਲ ਤੇ ਕੇਵਲ ਪੈਟਰੋਲੀਅਮ ਡਿਪਾਰਟਮੈਂਟ ਵਧਾਉਂਦਾ, ਕੈਬਨਿਟ ਵਿੱਚ ਕੋਈ ਮਸਲਾ ਨਹੀਂ ਜਾਂਦਾ ਹੈ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਹੋਇਆ ਤੁਹਾਨੂੰ ਪਤਾ ਹੈ ਵੀ, ਔਰ ਪਤਾ ਹੋਣ ਦੇ ਬਾਵਜੂਦ ਤੁਸੀਂ ਝੂਠ ਬੋਲਦੇ ਜੀ। ਦੂਸਰੀ ਗੱਲ ਜਿਹੜੀ ਹੈ, ਤੁਸੀਂ ਕਹਿੰਦੇ ਜੇ ਕਿ ਪੰਜਾਬ ਵਿੱਚ ਵੈਟ ਹੈ ਉਹ 30% ਹੈ ਤੇ ਦਿੱਲੀ ਦੇ ਵਿੱਚ 30% ਹੈ। ਜੇ ਤੁਸੀਂ ਇਹੀ ਸਾਬਤ ਕਰਦੇ ਹੋ, ਜਾਂ ਤੁਸੀਂ ਸਿਆਸਤ ਛੱਡਦੇ, ਜੇ ਤੁਸੀਂ ਝੂਠੇ ਜਾਂ ਮੈਂ ਸਿਆਸਤ ਛੱਡ ਦੂੰਗਾ ਜੇ ਮੈਂ ਝੂਠਾ ਹੋਇਆ, ਦਿੱਲੀ ਦੇ ਵਿੱਚ ਸਭ ਤੋਂ ਵੱਧ ਵੈਟ ਜਿਹੜਾ ਨਾਰਥ ਇੰਡੀਆ ਆ, ਉਹਦੇ ਵਿੱਚ ਸਭ ਤੋਂ ਵੱਧ ਜਿਹੜਾ ਰੇਟ ਹੈ ਡੀਜ਼ਲ ਤੇ ਪੈਟਰੋਲ ਦੇ ਉੱਤੇ ਵੈਟ ਦਾ, ਉਹ ਦਿੱਲੀ ਦੇ ਵਿੱਚ ਹੈ। ਔਰ 42% ਜੇ ਕੇਂਦਰ ਸਰਕਾਰ ਰੇਟ ਹੁੰਦੀ ਹੈ ਤੇ 42% ਜਿਹੜੀ ਐਕਸਾਈਜ਼ ਡਿਊਟੀ ਹੈ ਉਹ ਆਟੋਮੈਟਿਕ ਹੀ ਸਟੇਟਾਂ ਦੀ ਵੱਧ ਜਾਂਦੀ ਹੈ। ਉਧਰ 42% ਹਿੱਸਾ ਮਿਲਣਾ ਹੀ ਮਿਲਣਾ ਆ। ਤੁਸੀਂ ਗੱਲ ਜਿਹੜੀ ਹੈ ਇਹਨਾਂ ਨੇ ਕਹੀ ਜੀ ਦਿੱਲੀ ਸਰਕਾਰ ਨੇ ਟੈਕਸੀ ਵਾਲਿਆਂ ਨੂੰ ਪਤਾ ਨਹੀਂ 5-5000 ਦੇਤਾ, ਪੰਜਾਬ 'ਚ ਕਿਸਾਨਾਂ ਨੂੰ ਕਿੰਨਿਆਂ ਨੂੰ ਹਰੇਕ ਮਹੀਨੇ 2000 ਰੁਪਇਆ ਆਉਂਦਾ ਹਰੇਕ ਮਹੀਨੇ, ਔਰ ਕਿੰਨੇ ਗਰੀਬਾਂ ਦੇ ਖਾਤਿਆਂ 'ਚ ਆਏ ਆ ਕਿ ਕਿੰਨਿਆਂ ਨੂੰ। ਦੂਸਰਾ ਕਿੰਨਾ ਆ, ਕਿੰਨੀ ਵੱਡੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਜਿਹੜੇ ਆ 3-3 ਮਹੀਨੇ ਦੇ ਸਿਲੰਡਰ ਵੀ ਦਿੱਤੇ ਹੈ। ਵਲਟੋਆ ਸਾਹਿਬ, ਤੁਸੀਂ ਦੂਸਰੀ ਗੱਲ ਦਾ ਵੀ ਜਵਾਬ ਦੇ ਦਿਓ, ਸਾਡੇ ਕੋਲ ਸਮਾਂ ਲਿਮਿਟਿਡ ਹੈਗਾ। ਜਿਹੜੇ ਦੂਸਰੀ ਗੱਲ ਜਿਹੜੀ ਡਾਕਟਰ ਰਾਜਕੁਮਾਰ ਚੱਬੇਵਾਲ ਹੋਣਾ ਨੇ ਵੀ ਇੱਕ ਐਲੀਗੇਸ਼ਨ ਲਾਇਆ ਸੀਗਾ, ਮੈਂ ਸਾਰੀਆਂ ਗੱਲਾਂ ਦਾ ਜਵਾਬ ਦਊਂਗਾ। ਜਿਹੜੀ ਗੱਲ
ਬੇਵਾਲ ਹੋਰਾਂ ਗੱਲ ਕੀਤੀ ਹੈ ਕਿ ਇਹ ਤੇ ਰਾਜਨੀਤੀ ਕੀਤੀ ਹੈ, ਤੇ ਰਾਜਨੀਤੀ ਵੀ ਇਹੋ ਜਿਹੀ ਕੀਤੀ ਹੈ ਕਿ ਜਿਹਨੂੰ ਗੰਦੀ ਰਾਜਨੀਤੀ ਕਹੂੰਗਾ ਮੈਂ ਵੀ, ਕਿ ਸਰਦਾਰ ਸੁਖਦੇਵ ਸਿੰਘ ਸਾਹਿਬ ਨੇ 7 ਤਰੀਕ ਨੂੰ 7 ਜੁਲਾਈ ਨੂੰ ਆਪਦੀ ਪਾਰਟੀ ਬਣਾਉਣੀ ਸੀ ਤੇ ਪੈਰਲਲ ਜਿਹੜਾ ਹੈ ਧਰਨੇ ਦਾ ਪੂਰਾ ਦੇ ਦਿੱਤਾ ਗਿਆ। ਚੱਬੇਵਾਲ ਸਾਹਿਬ ਦਾ ਪ੍ਰੋਗਰਾਮ ਬਾਅਦ ਚ ਅਨਾਉਂਸ ਹੁੰਦਾ ਹੈ, ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਜਿਹੜਾ ਇਹ ਧਰਨਾ ਹੈ ਇਹ ਪਹਿਲੋਂ ਰੱਖਿਆ ਹੈ। ਇਸ ਕਰਕੇ ਜਿਹੜਾ ਤੁਸੀਂ ਕੋਰਲੇਟ ਕਰੀ ਜਾਓ ਜਾਂ ਗੱਲਾਂ ਬਣਾਈ ਜਾਓ, ਹਾਂਜੀ ਬਾਕੀ ਜੰਮ ਪਾਰਟੀਆਂ ਤਾਂ ਪਤਾ ਨਹੀਂ ਕੱਲ ਨੂੰ ਫੇਰ ਕੋਈ ਬਣ ਜਾਣੀ ਹੈ। ਅੱਜ ਤਾਂ ਪਰਸੋਂ ਟਕਸਾਲੀ ਬਣੇ ਸੀ, ਤੁਸੀਂ ਕਹਿੰਦੇ ਟਕਸਾਲੀ ਬਣ ਕੇ ਸਾਹਿਬ ਵਰਗੇ ਵੱਡੇ ਕਦਾਵਰ ਆਗੂ ਜਿਹੜੇ ਅਕਾਲੀ ਦਲ ਨਿਕਲ ਗਏ, ਅਕਾਲੀ ਦਲ ਤਬਾਹ ਹੋ ਗਿਆ। ਠੀਕ ਹੈ, ਠੀਕ ਹੈ। ਡਾਕਟਰ ਰਾਜਕੁਮਾਰ ਚੱਬੇਵਾਲ, ਅਮਨ ਜੀ ਮੈਂ ਆ ਰਿਹਾ ਤੁਹਾਡੇ ਕੋਲ। ਡਾਕਟਰ ਰਾਜਕੁਮਾਰ ਚੱਬੇਵਾਲ ਰਿਸਪੌਂਡ ਕਰ ਰਹੇ ਨੇ। ਡਾਕਟਰ ਸਾਹਿਬ ਜੀ ਪਮਲ ਜੀ, ਮੈਂ ਅਮਨ ਜੀ ਨੇ ਜੋ ਐਲੀਗੇਸ਼ਨਸ ਲਗਾਏ ਹੈ ਕਿ ਪੰਜਾਬ ਦੇ ਵਿੱਚ ਵੈਟ ਜਿਹੜਾ ਬਹੁਤ ਜ਼ਿਆਦਾ ਹੈ। ਪੰਜਾਬ ਦੇ ਵਿੱਚ ਵੈਟ ਇਸ ਵੇਲੇ 26% ਹੈ ਪੈਟਰੋਲ ਤੇ, ਔਰ ਡੀਜ਼ਲ ਤੇ ਦੈਟ ਇਜ਼ ਅਰਾਊਂਡ 15.98%। ਔਰ ਜਿਹੜੀ ਦਿੱਲੀ ਦੀ ਗੱਲ ਕਰ ਰਹੇ ਆ ਅਮਨ ਜੀ, ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਤਾਕਤ ਬਣ ਕੇ, ਇੱਕ ਬਹੁਤ ਵੱਡਾ ਮੂਵਮੈਂਟ ਬਣ ਕੇ 2017 ਤੋਂ ਪਹਿਲਾਂ ਉਭਰੀ ਔਰ ਕਾਫੀ ਹੱਦ ਤੱਕ ਕਾਮਯਾਬੀ ਵੀ ਹਾਸਲ ਕੀਤੀ ਔਰ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਪਾਰਟੀ ਉਹਨਾਂ ਨੇ ਦੱਸਿਆ। ਔਰ ਮੈਂ ਉਹਨਾਂ ਨੂੰ, ਅਮਨ ਜੀ ਨੂੰ ਇਹ ਪੁੱਛਣਾ ਵੀ ਚਾਹੁੰਦਾ ਔਰ ਬੇਨਤੀ ਵੀ ਕਰਨੀ ਚਾਹੁੰਦਾ ਕਿ ਜਿਹੜਾ 27% ਤੋਂ 30% ਇਹਨਾਂ ਨੇ ਜਿਹੜਾ ਪੈਟਰੋਲ ਤੇ ਵੈਟ ਵਧਾਤਾ 3%। ਔਰ ਪਮਲ ਜੀ ਹੈਰਾਨੀ ਦੀ ਗੱਲ ਹੈ ਕਿ 14% ਜਿਹੜਾ ਇਹਨਾਂ ਨੇ ਟੈਕਸ ਹੈ, ਵੈਟ ਜਿਹੜਾ ਆ ਉਹ ਡੀਜ਼ਲ ਤੇ ਵਧਾ ਦਿੱਤਾ। ਸੋ ਮੈਂ ਇਹਨਾਂ ਨੂੰ ਇਹ ਕਹਿਣਾ, ਆਪਾਂ ਕਿੱਦਾਂ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਪ੍ਰੂਵ ਕਰਾਂਗੇ? ਅੱਜ ਜ਼ਿਆਦਾਤਰ ਜਿਹੜੇ ਸਾਡੇ ਕਿਸਾਨ ਵੀਰ ਹੈ ਜਿਨ੍ਹਾਂ ਦੇ ਡੀਜ਼ਲ ਕੰਜ਼ੰਪਸ਼ਨ ਸਭ ਤੋਂ ਜ਼ਿਆਦਾ ਅਮਨ ਜੀ, ਹਾਂ prove that or this is history in the world in India ਕਿ ਜਿੱਥੇ ਡੀਜ਼ਲ ਦਿੱਲੀ ਦੇ ਵਿੱਚ ਪੈਟਰੋਲ ਨਾਲੋਂ ਵੀ ਸਭ ਜ਼ਿਆਦਾ ਮਹਿੰਗਾ ਹੈ। ਬਿਲਕੁਲ ਠੀਕ ਹੈ। ਅਮਨ ਜੀ ਤੁਸੀਂ ਰਿਸਪੌਂਡ ਕਰੋ, ਉਸ ਤੋਂ ਬਾਅਦ ਅਸੀਂ ਅਗਲੇ ਸਵਾਲ ਤੇ ਜਾਣਾ, ਫਾਈਨਲ ਜਵਾਬ। ਦੇਖੋ ਪੰਮੇ ਜੀ, ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਵੀ ਕੌਣ ਕਿਹਦੀ ਏ ਤੇ ਬੀ ਟੀਮ ਹੈ। ਦੋਏ ਰਲ ਕੇ ਖੇਡਦੇ ਨੇ। ਗੱਲ ਇਹ ਹੈ ਵੀ ਆਪਾਂ ਪੰਜਾਬ ਦੀ ਡਿਸਕਸ਼ਨ ਕਰਨ ਬੈਠੇ ਆ ਤੇ ਜੁੱਲੀ ਤਬੜਾ ਚੱਕ ਕੇ ਸਾਰੀਆਂ ਪਾਰਟੀਆਂ ਦਿੱਲੀ ਪਹੁੰਚ ਜਾਂਦੀਆਂ ਨੇ। ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜਦੋਂ ਮਰਜ਼ੀ ਪਹੁੰਚ ਜਾਣਾ। ਪਰ ਸਵਾਲ ਇਹ ਹੈ ਪੰਮੇ ਜੀ ਵੀ ਮੈਂ ਜਿਹੜੀ ਗੱਲ ਕਹੀ ਹੈ, ਮੈਂ ਪੈਟਰੋਲ ਦਾ ਕਿਹਾ ਵੀ 30% ਅੱਜ ਉੱਥੇ 30% ਹੈ ਤੇ ਆਪਣਾ ਪੰਜਾਬ ਦੇ ਵਿੱਚ ਅੱਜ ਵੀ ਉਹਦੇ ਨਾਲ ਵੱਧ ਹੈ। ਔਰ ਇਹ ਬਲਟੋਆ ਸਾਹਿਬ ਦੇ ਉਹਨਾਂ ਦੀ ਸਰਕਾਰ ਕਰ ਗਈ ਸੀ। ਕਿ ਸਵਾਲ ਇਹ ਹੈ ਵੀ ਜੇ ਆਪਾਂ ਮੁਲਕ ਦੀ ਗੱਲ ਕਰਦੇ ਹਾਂ ਤੇ ਮੋਦੀ ਸਾਹਿਬ ਸਾਰੇ ਦੁਨੀਆ ਘੁੰਮਦੇ ਨੇ। ਮਹਿਜ਼ ਅਮਰੀਕਾ ਦੇ ਵਿੱਚ 19% ਟੈਕਸਿਸ ਨੇ, ਕੈਨੇਡਾ ਦੇ ਵਿੱਚ 33% ਟੈਕਸਿਸ ਨੇ ਤੇ ਇੱਥੇ ਮੁਲਕ ਦੇ, ਆਪਣੇ ਮੁਲਕ ਦੇ ਵਿੱਚ ਉਹ 69% ਨੇ। ਸੋ ਮੇਰੀ ਕਹਿਣ ਦੀ ਗੱਲ ਸਿਰਫ ਇੰਨੀ ਹੈ ਕਿ ਤੁਹਾਨੂੰ ਜਿਹੜੀ ਮੈਂ ਗੱਲ ਕਹੀ ਹੈ ਕਿ ਜੇ ਡੀਜ਼ਲ ਦੇ ਉੱਥੇ ਵੱਧ ਨੇ ਤਾਂ ਡੀਜ਼ਲ ਕਿਸਾਨ ਦਿੱਲੀ ਦੇ ਵਿੱਚ ਹੈ ਨਹੀਂ ਬਹੁਤੇ ਲੰਬੇ ਚੌੜੇ। ਪੰਜਾਬ ਦੇ ਵਿੱਚ ਮੈਂ ਨਹੀਂ ਕਹਿੰਦਾ, ਕਿ ਮੈਂ ਮੰਨਦਾ ਕਿ ਸਟੇਟਾਂ ਨੂੰ ਕਈ ਵਾਰੀ ਅਜਿਹੇ ਹਾਲਾਤਾਂ ਦੇ ਵਿੱਚ ਸਖਤ ਡਿਸੀਜਨ ਨੇ ਜਿਹੜੇ ਉਹ ਲੈਣੇ ਪੈਂਦੇ ਹੁੰਦੇ ਨੇ। ਦਿੱਲੀ ਨੇ ਵੀ ਵਧਾਏ ਨੇ, ਹਰਿਆਣਾ ਨੇ ਵਧਾਏ ਨੇ, ਪੰਜਾਬ ਨੇ ਵਧਾਏ ਨੇ, ਐਗਰੀਡ। ਪਰ ਇਹ ਕਿਹੜੇ ਕਾਨੂੰਨ ਦੇ ਵਿੱਚ, ਕੇਂਦਰ ਸਰਕਾਰ ਕਿਹੜੇ ਕਾਨੂੰਨ ਦੇ ਵਿੱਚ ਵਧਾ ਰਹੀ ਹੈ ਕਿ ਤੁਸੀਂ ਇੱਕ ਡੀਜ਼ਲ ਦੇ ਪ੍ਰਾਈਸਿਸ ਕਰੂਡ ਆਇਲ ਦੀਆਂ ਸਭ ਤੋਂ ਘੱਟ ਹੋ ਗਈਆਂ ਤੇ ਤੁਸੀਂ 2.25 ਲੱਖ ਦੀ ਪ੍ਰੋਫਿਟਰਿੰਗ ਕਰ ਲਓ? ਉਹ ਤਾਂ ਜਾਇਜ਼ ਨਹੀਂ ਨਾ ਹੈਗਾ। ਤੇ ਜਿਹੜੀ ਗੱਲ ਬਲਟੋਆ ਸਾਹਿਬ ਕਹਿ ਕੇ ਹਟੇ ਨੇ ਕਿ ਇਹਦੇ ਵਿੱਚ ਪੈਟਰੋਲੀਅਮ ਮਿਨਿਸਟਰੀ ਦਾ ਇਕੱਲੇ ਫੈਸਲਾ ਹੁੰਦਾ ਹੈ, ਮੈਂ ਕਹਿੰਦਾ ਕਮਾਲ ਦੀ ਗੱਲ ਹੈ। ਜੇ ਤੁਸੀਂ ਐਕਸਾਈਜ਼ ਡਿਊਟੀ ਵਧਾ ਰਹੇ ਹੋ, ਜੇ ਉਹ ਫੈਸਲਾ ਕੈਬਨਿਟ ਦੇ ਵਿੱਚ ਨਹੀਂ ਜਾ ਰਿਹਾ ਹੈਗਾ ਤੇ ਇਹ ਕੋਈ ਐਗਜ਼ੈਕਟਿਵ ਆਰਡਰ ਤਾਂ ਹੈ ਨਹੀਂਗਾ ਜੀ। ਸਾਰੀ ਦੁਨੀਆ, ਸਾਰੇ ਮੁਲਕ ਨੂੰ ਇਹ ਹਰੇਕ ਘਰ ਨੂੰ ਇਫੈਕਟ ਕਰਨਾ ਹੈ। ਤੇ ਇਹਦਾ ਮਤਲਬ ਪ੍ਰਾਈਮ ਮਿਨਿਸਟਰ ਜਾਂ ਇਹਨਾਂ ਦਾ ਕਹਿਣਾ ਇਹ ਹੈ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਹੈਗਾ ਵੀ 13 ਤੇ 16 ਰੁਪਏ 2 ਵਾਰੀ ਸੈਂਟਰਲ ਐਕਸਾਈਜ਼ ਵੱਧ ਗਈ। ਸੋ ਬਲਟੋਆ ਸਾਹਿਬ ਆਪਾਂ ਗੱਲਾਂ ਨਾ ਕਰੀਏ। ਮੈਂ ਤੁਹਾਨੂੰ ਕਹਿ ਰਿਹਾ ਕਿ ਆਪਾਂ ਇਹ ਠੀਕ ਹੈ ਕਿ ਅੱਜ ਸਾਰੀ ਦੁਨੀਆ ਮੁਸ਼ਕਿਲ ਹਾਲਾਤਾਂ ਦੇ ਵਿੱਚੋਂ ਨਿਕਲ ਰਹੀ ਹੈ, ਪਰ ਇਹ ਗੱਲ ਜਿਹੜੀ ਤੁਸੀਂ ਆਪਾਂ ਗੱਡੇ ਨਾਲ ਕੱਟਾ ਬੰਨ੍ਹਦੇ ਨੇ ਕਿ ਪਹਿਲਾਂ ਪੰਜਾਬ ਸਰਕਾਰ ਘਟਾਵੇ ਤੇ ਫਿਰ ਉਹ ਤੋਂ ਮੁੜ ਕੇ ਕਹੋਗੇ ਤੇ ਦਿੱਲੀ ਸਰਕਾਰ ਘਟਾਵੇ, ਫਿਰ ਕਹੇਗੀ ਹਰਿਆਣਾ ਘਟਾਵੇ, ਹਿਮਾਚਲ ਘਟਾਵੇ, ਫਿਰ ਅਸੀਂ ਕੇਂਦਰ ਸਰਕਾਰ ਨੂੰ ਕਹਾਂਗੇ। ਵੈਸੇ ਬਲਟੋਆ ਸਾਹਿਬ ਇਹ ਚੀਜ਼ ਇਸ ਤਰਕ ਤੇ ਦਿੱਤਾ ਜਾ ਸਕਦਾ ਕਿ ਜਿੰਨੇ ਪਹਿਲੇ ਵਧਾਇਆ ਉਹ ਪਹਿਲੇ ਘਟਾ ਦੇ। ਅਗਰ ਜੀ ਇਸ ਚੀਜ਼ ਦਾ ਫਰਕ ਪੈਣਾ ਗੱਲ ਹੈਗੀ ਹੈ ਰਾਜਨੀਤੀ ਦੇ ਵਿੱਚ ਕਿ ਕਿੰਨੇ ਪਹਿਲੇ ਇਹ ਘਟਾਏ ਜਾਂ ਪਹਿਲੇ ਉਹ ਘਟਾਏ, ਉਸ ਤੇ ਇਤਰਾਜ਼ ਹੋ ਜਾਏਗਾ। ਪਾਸਿੰਗ ਦਾ ਬਕ ਵਾਲੀ ਗੱਲ ਹੈ ਵੀ ਫਿਰ ਕਾਂਗਰਸ ਕਹੇਗੀ ਪਹਿਲੇ ਦਿੱਲੀ ਘਟਾਏ ਫਿਰ ਅਸੀਂ ਘਟਾ ਦੇਵਾਂਗੇ, ਦਿੱਲੀ ਕਹੇਗੀ ਪਹਿਲੇ ਸਟੇਟਸ ਘੱਟ ਕਰਨ ਅਸੀਂ ਘੱਟ ਕਰ ਦੇਵਾਂਗੇ। ਕਮਲ ਜੀ, ਆਪਾਂ ਪੰਜਾਬ 'ਚ ਬੈਠੇ ਹਾਂ, ਆਪਾਂ ਪੰਜਾਬ ਦੀ ਗੱਲ ਕਰਾਂਗੇ ਨਾ, ਆਪਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਨਾ, ਤੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਤੇ ਨਾਲ ਹੀ ਸੈਂਟਰ ਸਰਕਾਰ ਨੂੰ ਕਿਹਾ ਹੈ, ਸੈਂਟਰ ਸਰਕਾਰ ਨੂੰ ਚਿੱਠੀ ਵੀ ਲਿਖੀ ਹੈ ਕੇਂਦਰ ਸਰਕਾਰ ਨੂੰ ਕਿ ਲੋਕਾਂ ਦੇ ਉੱਤੇ ਬਹੁਤ ਵੱਡਾ ਬੋਝ ਹੈ। ਪ੍ਰਧਾਨ ਮੰਤਰੀ ਨੇ ਵੀ ਲਿਖੀ ਹੈ ਔਰ ਕਿਹਾ ਕਿ ਰੇਟ ਘੱਟ ਕੀਤੇ ਜਾਣ
ਔਰ ਨਾਲ ਹੀ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਆ ਕਿ ਚਲੋ, ਤੁਸੀਂ ਘੱਟ ਬਲਟੋਆ ਕਰੋ, ਸਾਹਿਬ ਇੱਕ ਐਂ ਕਰ ਲਓ। ਲੋੜ ਪਊ ਤੇ ਆਪਾਂ ਦੋਨੋਂ ਧਿਰਾਂ ਹੀ ਜਿਹੜੀਆਂ ਨੇ ਕੇਂਦਰ ਸਰਕਾਰ ਕੋਲੇ ਜਾਵਾਂਗੇ, ਜਾ ਕੇ ਉਹਨਾਂ ਨੂੰ ਉੱਥੇ ਫਿਰ ਜਾ ਕੇ ਆਪਦਾ ਜੋ ਆਪਦਾ ਰੋਲ ਅਦਾ ਕਰ ਸਕਦੇ ਆ ਉਹ ਠੀਕ ਘੱਟ ਹੈ। ਕਰਨ ਵਾਸਤੇ ਇਹ ਗੱਲ ਕਹਿੰਦੇ ਆ। ਪਰ ਪੰਜਾਬ ਠੀਕ ਹੈ। ਸਰਕਾਰ ਪਹਿਲ ਤੇ ਕਰੇ। ਔਰ ਦੂਸਰੀ ਗੱਲ ਜਿਹੜੀ ਅਮਨ ਜੀ ਨੇ ਗੱਲ ਕੀਤੀ ਹੈ, ਇੱਕ ਸਾਈਡ ਜੀ ਅਮਨ ਜੀ ਨੇ ਗੱਲ ਕੀਤੀ ਦਿੱਲੀ ਤੇ ਕਿਸਾਨ ਹੈ ਨਹੀਂ, ਇਸ ਕਰਕੇ 30% ਜਿਹੜਾ ਵੈਟ ਹੈ ਡੀਜ਼ਲ ਤੇ 30% ਹੈਗਾ ਪੈਟਰੋਲ ਤੇ। ਉੱਥੇ ਟੈਕਸੀ ਚਾਲਕ ਤੇ ਹੈਗੇ, ਉੱਥੇ ਆਟੋ ਚਾਲਕ ਤੇ ਹੈਗੇ, ਆਟੋ ਚਾਲਕਾਂ ਦੀਆਂ ਚੀਜ਼ਾਂ ਘਟਾਉਣੀਆਂ। ਉਹਨੂੰ 5-5 ਹਜ਼ਾਰ ਦੇ ਰਹੇ ਆ ਜਿਹੜੇ ਕਿਸਾਨ ਹੈਗੇ। ਇੱਕ ਮਿੰਟ ਦਾਮ ਰੱਖੋ, ਮੈਨੂੰ ਬੋਲਣ ਦਿਓ। ਜਿਹੜੇ ਦਿੱਲੀ 'ਚ ਟੈਕਸੀ ਚਾਲਕ ਨੇ, ਆਟੋ ਵਾਲੇ ਨੇ, ਉਹਨਾਂ ਨੂੰ ਅਸੀਂ 5-5 ਹਜ਼ਾਰ ਰੁਪਇਆ ਉਹਦੇ ਦੇ ਹੀ ਦੇ ਰਹੇ ਹਾਂ। ਜਿੰਨੇ ਦਿੱਲੀ ਦੇ ਵਿੱਚ ਕਿਸਾਨ ਹੈਗੇ ਉਹਨਾਂ ਨੂੰ ਅਸੀਂ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਕ 950 ਰੁਪਏ ਪਰ ਕੁਇੰਟਲ ਦਿੱਲੀ ਸਰਕਾਰ ਦੇ ਰਹੀ ਹੈ। ਸੋ ਇਸ ਕਰਕੇ ਉੱਥੋਂ ਦੇ ਲੋਕਾਂ ਦਾ ਤੁਸੀਂ ਪੰਜਾਬ ਦੇ ਲੋਕਾਂ ਦਾ ਖਿਆਲ ਕਰੋ, ਜਿਨ੍ਹਾਂ ਨੇ ਤੁਹਾਨੂੰ ਹਾਸੀ ਤੇ ਜ਼ਿਆਦਾ ਬਲਟੋਆ ਸਾਹਿਬ ਗੱਲ ਕਰ ਲਓ। ਤੁਹਾਡੀ ਪਤਾ ਨਹੀਂ ਕਿਹੜੀ ਸਾਰਾ ਕਿ ਨੱਪੀ ਜਾਂਦੀ ਹੈ ਤੇ ਦਿੱਲੀ ਦਾ ਹੁਣ ਦਿੱਲੀ ਇਹ ਸੱਚ ਹੈ ਕਿ ਸਭ ਤੋਂ ਵੱਧ ਵੈਟ ਜਿਹੜਾ ਡੀਜ਼ਲ ਤੇ ਪੈਟਰੋਲ ਦੇ ਉੱਤੇ ਦਿੱਲੀ ਦੇ ਵਿੱਚ ਹੈ। ਠੀਕ ਹੈ, ਠੀਕ ਹੈ। ਬਲਟੋਆ ਸਾਹਿਬ ਮੈਂ ਤੁਹਾਡੇ ਕੋਲ ਇੱਕ ਹੋਰ ਸਵਾਲ ਲੈਣਾ ਚਾਹੁੰਦਾ ਤੁਹਾਡੇ ਕੋਲ ਇਸ ਤੇ। ਜਿਹੜਾ ਨੀਲੇ ਕਾਰਡ ਕੱਟੇ ਜਾਣ ਦਾ ਮੁੱਦਾ ਚੁੱਕਿਆ ਹੈਗਾ ਅਕਾਲੀ ਦਲ ਨੇ, ਐਗਜ਼ੈਕਟਲੀ ਅਕਾਲੀ ਦਲ ਨੇ ਕਿਸੇ ਤਰ੍ਹਾਂ ਦਾ ਕੋਈ ਅੰਕਲਨ ਕੀਤਾ ਹੈਗਾ ਕਿ ਕਿੰਨੇ ਨੀਲੇ ਕਾਰਡ ਕੱਟੇ ਗਏ ਨੇ, ਜਾਂ ਰਾਸ਼ਨ ਵੰਡ ਦੇ ਵਿੱਚ ਜਿਹੜੇ ਇਲਜ਼ਾਮ ਲਾਏ ਜਾ ਰਹੇ ਨਹੀਂ ਵੰਡਿਆ ਗਿਆ? ਕਿਉਂਕਿ 2 ਦਿਨ ਪਹਿਲਾਂ ਹੀ ਪੰਜਾਬ ਦੇ ਫੂਡ ਐਂਡ ਸਿਵਲ ਸਪਲਾਈ ਮਿਨਿਸਟਰ ਦਾ ਬਿਆਨ ਆਇਆ ਸੀਗਾ ਕਿ 98% ਜਿਹੜਾ ਹੈਗਾ ਉਹ ਰਾਸ਼ਨ ਵੰਡਿਆ ਜਾ ਚੁੱਕਿਆ ਹੈਗਾ। ਅਕਾਲੀ ਦਲ ਮਿਸਲੀਡ ਕਰ ਰਿਹਾ ਇਸ ਇਸ਼ੂ ਤੇ ਵੀ। ਦੇਖੋ ਪਮਲ ਜੀ, ਜਿੱਥੋਂ ਤੱਕ ਤੇ ਨੀਲੇ ਕਾਰਡ ਕੱਟਣ ਦੀ ਗੱਲ ਹੈ, ਮੇਰਾ ਖਿਆਲ ਕਿ ਪਿੰਡ ਦੀ ਕਹਾਣੀ ਹੈ। ਪਿੰਡਾਂ ਦੇ ਵਿੱਚ ਵੀਡੀਓ ਦੇਖੀਆਂ ਨੇ ਲੋਕਾਂ ਦੇ, ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਰੌਲਾ-ਰੱਪਾ ਤੁਸੀਂ ਵੀ ਸੁਣਦੇ ਜੇ ਕਿ ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਡੇ ਜਿਹੜੇ ਨੀਲੇ ਕਾਰਡ ਉਹ ਕੱਟ ਦਿੱਤੇ ਗਏ। ਸਾਡੇ ਕੋਲ ਆਖਰੀ 10 ਮਿੰਟ ਹੈਗੇ ਬਲਟੋਆ ਸਾਹਿਬ, ਜਲਦੀ ਕਨਕਲੂਡ ਕਰ ਦਿਓ ਪਲੀਜ਼। ਤੁਸੀਂ ਆਨਲਾਈਨ ਚੈੱਕ ਕਰੋ, ਤੁਹਾਨੂੰ ਆਪਣੇ ਆਪ ਪਤਾ ਲੱਗ ਜੂ ਪੰਜਾਬ ਦੇ ਅੰਦਰ ਕਿੱਡੇ ਵੱਡੇ ਪੱਧਰ ਤੇ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਨੇ। ਲੋਕ ਬੜੇ ਚਿਰ ਰੌਲਾ ਪਾਉਂਦੇ, ਅਸੀਂ ਪੰਜਾਬ ਸਰਕਾਰ ਨੂੰ ਅਪੀਲਾਂ ਕਰਦੇ ਰਹੇ ਹਾਂ, ਪਰ ਅੱਜ ਜਿਹੜਾ ਪੰਜਾਬ ਦੇ ਲੋਕ ਸੜਕਾਂ ਤੇ ਆਏ ਨੇ, ਗਰੀਬ ਸੜਕਾਂ ਤੇ ਆਏ ਨੇ ਕਿ ਸਾਡੇ ਨੀਲੇ ਕਾਰਡ ਬਹਾਲ ਕਰੋ। ਔਰ ਦੂਸਰੇ ਜਿਹੜੀ ਗੱਲ ਸਭ ਤੋਂ ਵੱਡੀ ਗੱਲ ਹੈ ਕਿ 1 ਕਰੋੜ 41 ਲੱਖ ਲੋਕਾਂ ਨੂੰ, ਜਿਹੜੇ ਲੋੜਵੰਦ ਨੇ, ਜਿਹੜੇ ਗਰੀਬ ਨੇ, ਮੋਦੀ ਸਾਹਿਬ ਦੀ ਸਰਕਾਰ ਨੇ, ਕੇਂਦਰ ਸਰਕਾਰ ਨੇ ਜਿਹੜਾ ਅਨਾਜ ਤੇ ਦਾਲ ਜਿਹੜੀ ਆ ਭੇਜੀ, 15 ਕਿਲੋ ਕਣਕ ਤੇ 3 ਕਿਲੋ ਦਾਲ ਪ੍ਰਤੀ ਮੈਂਬਰ ਉਹ ਭੇਜੀ। 70,725 ਟਨ ਦਾ ਦਾਅਵਾ ਕਿਹਾ ਜਾ ਰਿਹਾ। 10 ਤੋਂ 15-20% ਲੋਕਾਂ ਨੂੰ ਮਿਲੀ ਹੋਵੇ ਤੇ ਮਿਲੀ ਹੋਵੇ, ਬਾਕੀ ਦੀ ਸਾਰੇ ਜਿਹੜੇ ਆ ਕਾਂਗਰਸੀ ਸਰਪੰਚ ਸਾਹਿਬਾਨ, ਕਾਂਗਰਸੀ ਮੋਹਤਬਰ ਸੱਜਣ, ਕਾਂਗਰਸੀ ਆਗੂ ਸਾਹਿਬਾਨ, ਉਹ ਆਪਦੇ ਘਰਾਂ ਤੱਕ ਸਾਰਾ ਕੁਝ ਲੈ ਗਏ। ਔਰ ਜਦੋਂ ਇਹਨਾਂ ਨੇ ਰਿਪੋਰਟਾਂ ਬਣਾਤੀਆਂ, ਇਹਨਾਂ ਨੇ ਕਾਗਜ਼ੀ ਕਾਰਵਾਈ ਕਰਤੀ, ਅਸੀਂ ਵੰਡਤਾ ਆ, ਉਹੀ ਕਾਗਜ਼ੀ ਕਾਰਵਾਈ ਥੱਲੇ ਹੁੰਦੀ ਜ਼ਿਲ੍ਹੇ ਤੋਂ ਪੰਜਾਬ ਲੈਵਲ ਤੇ ਪੰਜਾਬ ਤੋਂ ਸੈਂਟਰ ਕੋਲ ਰਿਪੋਰਟ ਉਹੀ ਜਾਣੀ ਹੈ, ਕਹਿ ਦੇਣਾ ਇਹ ਵੰਡ ਦਿੱਤੀ ਹੈ। ਪਰ ਪੰਜਾਬ ਦੇ ਲੋਕਾਂ ਦੇ ਅਸੀਂ ਕਹਿੰਦੇ ਜਾਂਚ ਕਰਵਾਓ, ਅਸੀਂ ਕਹਿੰਦੇ ਕਬਲਾ ਹੋਇਆ ਹੈ, ਘਟਾਵਾ ਹੋਇਆ ਹੈ, ਗਰੀਬਾਂ ਨਾਲ ਧੋਖਾ ਹੋਇਆ ਹੈ, ਜਾਂਚ ਕਰਵਾ ਲੈਣਾ। ਠੀਕ ਹੈ, ਠੀਕ ਹੈ ਡਾਕਟਰ। ਹਾਂ, ਅਸੀਂ ਡਾਕਟਰ ਸਾਹਿਬ ਕੋ ਇੱਥੇ ਲੈ ਲੈਂਦੇ। ਡਾਕਟਰ ਸਾਹਿਬ, ਕਈ ਸਾਰੇ ਮੁੱਦੇ ਵਾਕਿਆ ਹੀ ਕਈ ਜਗ੍ਹਾ ਦੇ ਉੱਤੇ, ਚਾਹੇ ਖੰਨਾ ਹੋਵੇ ਜਾਂ ਹੋਰ ਕਈ ਸ਼ਹਿਰਾਂ ਦੇ ਵਿੱਚ ਨੀਲੇ ਕਾਰਡ ਰਾਸ਼ਨ ਕੱਟਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ। ਔਰ ਲਾਕਡਾਊਨ ਦੇ ਦੌਰਾਨ ਵੀ ਇਹ ਮਸਲਾ ਉੱਠਿਆ ਸੀਗਾ ਕਿ ਜਿਹੜਾ ਰਾਸ਼ਨ ਵੰਡਿਆ ਗਿਆ, ਜਿਹੜੇ ਸੈਂਟਰਲ ਮਿਨਿਸਟਰ ਹੈ ਫੂਡ ਐਂਡ ਸਿਵਲ ਸਪਲਾਈਜ਼, ਜਿਹੜੇ ਸਟੇਟ ਦੇ ਮਿਨਿਸਟਰ ਨੇ, ਜਾਂ ਰਾਮ ਵਿਲਾਸ ਪਾਸਵਾਨ ਹੁਣਾਂ ਨੇ ਵੀ ਉਸ ਸਮੇਂ ਟਵੀਟ ਕੀਤਾ ਸੀਗਾ ਕਿ 1% ਹੀ ਵੰਡਿਆ ਗਿਆ ਹੈਗਾ, ਜਿਹੜਾ ਸੈਂਟਰ ਨੇ ਭੇਜਿਆ ਉਹ ਸਟੇਟ ਗਵਰਨਮੈਂਟ ਰਾਸ਼ਨ ਨਹੀਂ ਵੰਡ ਰਹੀ। ਹੁਣ ਦੁਬਾਰਾ ਨੀਲੇ ਕਾਰਡ ਐਡ ਆਨ ਹੋ ਗਏ ਇਹਦੇ ਵਿੱਚ। ਪਮਲ ਜੀ, ਪੰਜਾਬ ਇੱਕ ਨਿਹਾਇਤ ਐਸੀ ਸਟੇਟ ਹੈ ਜਿੱਥੇ ਜਿੰਨਾ ਵੀ ਰਾਸ਼ਨ ਆਇਆ, ਲਗਭਗ 2,12,000 ਦੇ ਕਰੀਬ ਮੀਟ੍ਰਿਕ ਟਨ ਜਿਹੜਾ ਉਹ ਕਣਕ ਆਈ ਹੈ, ਔਰ 11,000 ਮੀਟ੍ਰਿਕ ਟਨ ਦੇ ਕਰੀਬ ਦਾਲ ਆਈ ਹੈ, ਔਰ ਉਸ ਦੇ ਵਿੱਚੋਂ ਲਗਭਗ ਕਰੀਬ 2 ਲੱਖ ਟਨ ਜਿਹੜੀ ਹੈ ਕਣਕ ਜਿਹੜੀ ਵੰਡੀ, 2 ਲੱਖ ਮੀਟ੍ਰਿਕ ਟਨ ਕਣਕ ਵੰਡੀ ਜਾ ਚੁੱਕੀ ਹੈ, ਔਰ ਇਸੇ ਤਰ੍ਹਾਂ ਲਗਭਗ 10,000 ਜਿਹੜਾ ਮੀਟ੍ਰਿਕ ਟਨ ਦਾਲ ਹੈ ਉਹ ਵੰਡੀ ਜਾ ਚੁੱਕੀ ਹੈ। 98% ਜਿਹੜਾ ਲਗਭਗ ਅਨਾਜ ਜਿਹੜਾ ਉਹ ਵੰਡਿਆ ਜਾ ਚੁੱਕਾ ਹੈ। ਇਸ ਨੂੰ ਸਿਰਫ ਇੱਕ ਮੁੱਦਾ ਬਣਾਇਆ ਜਾ ਰਿਹਾ ਹੈ। ਬਾਕੀ ਜਿੱਥੇ ਤੱਕ ਪੰਜਾਬ ਸਰਕਾਰ ਦਾ ਆਪਣਾ ਸਵਾਲ ਹੈ, ਪੰਜਾਬ ਸਰਕਾਰ ਨੇ ਆਪਣੇ ਕੋਲੋਂ 17 ਲੱਖ ਪੈਕਟ ਜਿਹੜੇ ਹੈ, ਲਗਭਗ 69 ਕਰੋੜ ਜਿਹਦੀ ਕੀਮਤ ਬਣਦੀ ਹੈ, ਉਹ ਪੰਜਾਬ ਸਰਕਾਰ ਨੇ ਆਪਣੇ ਕੋਲੋਂ ਮਾਈਗ੍ਰੈਂਟ ਲੇਬਰਸ ਨੂੰ ਵੰਡਿਆ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਜਦੋਂ ਪੂਰੇ ਹਿੰਦੁਸਤਾਨ ਦੇ ਵਿੱਚ ਖਬਰਾਂ ਆਈਆਂ, ਲੋਕ ਭੁੱਖਮਰੀ ਨਾਲ ਵੀ ਮਰੇ, ਲੋਕ ਪੈਦਲ ਚੱਲ ਕੇ ਜਾ ਰਹੇ ਸੀ ਭੁੱਖੇ, ਔਰ ਨਿਹਾਇਤ ਪੰਜਾਬ ਅਜਿਹਾ ਸੂਬਾ ਸੀ
ਜਿੱਥੇ ਸਾਡੀ ਸਰਕਾਰ ਨੇ ਕਿਸੇ ਨੂੰ ਭੁੱਖੇ ਨਹੀਂ ਸੌਣ ਦਿੱਤਾ। ਔਰ ਦੂਸਰੀ ਗੱਲ ਜਿਹੜੀ ਹੈ, ਜੇਕਰ ਕਾਰਡ ਕੱਟਣ ਦੀ ਗੱਲ ਕਰਦੇ ਆ, ਨੀਲੇ ਕਾਰਡ ਕੱਟਣ ਦੀ ਗੱਲ ਕਰਦੇ ਆ, ਲਗਭਗ 1,41,000 ਬੈਨੀਫੀਸ਼ੀਅਰੀਜ਼ ਨੇ, ਜਿੱਥੇ ਕੈਪਿੰਗ ਹੋਈ ਹੈ ਕਿ ਠੀਕ ਹੈ ਇੰਨੇ ਬੈਨੀਫੀਸ਼ੀਅਰੀਜ਼ ਹੋਣੇ ਆ। ਔਰ ਕਈ ਜਦੋਂ ਜਿਹੜੇ ਬਹੁਤ ਹੀ ਜਿਹੜੇ ਸੀਨੀਅਰ ਇਹਨਾਂ ਦੇ, ਜਦੋਂ ਪਿਛਲੀ ਸਰਕਾਰ ਸੀ, ਇਹਨਾਂ ਦੇ ਸੀਨੀਅਰ ਮੋਸਟ ਪਾਵਰਫੁਲ ਮਿਨਿਸਟਰ ਜਿਹੜੇ ਸੀ, ਉਹਨਾਂ ਦੇ ਹਲਕਿਆਂ ਵਿੱਚ 90% ਜਿਹੜੇ ਕਾਰਡ ਹੈ ਪਮਿਲ ਜੀ ਉਹ ਬਣੇ। ਔਰ ਉਹਨਾਂ ਦੇ ਵਿੱਚੋਂ ਜਿਹੜੇ, ਕਿਉਂਕਿ ਨਾਰਮਲੀ ਜਿਹੜੇ ਜੇ 1,42,00,000 ਆਪਾਂ ਗਿਣੀਏ ਬੈਨੀਫੀਸ਼ੀਅਰੀ, ਤੇ ਪੰਜਾਬ ਦਾ ਲੈਸ ਦੈਨ 50% ਬਣਦਾ ਹੈ। ਤੇ ਜਿੱਥੇ 90% ਕਾਰਡ ਬਣਨਗੇ, ਉੱਥੇ ਉਸ ਹਲਕੇ ਦੇ ਵਿੱਚ ਜ਼ਰੂਰ ਜਿਹੜੀ ਕਟਿੰਗ ਹੈ ਉਹ ਹੋਏਗੀ। ਔਰ ਦੂਸਰਾ, ਜੇਕਰ ਕਟਿੰਗ ਹੋਈ, ਮੈਂ ਇਸ ਨੂੰ ਕੋਈ ਇਹ ਨਹੀਂ ਕਹਿੰਦਾ ਵੀ ਗਲਤ ਹੋਈ ਆ, ਕੁਝ ਕੇਸਿਸ ਦੇ ਵਿੱਚ ਜ਼ਰੂਰ ਹੋਈ ਹੋਏਗੀ। ਔਰ ਪੰਜਾਬ ਸਰਕਾਰ ਨੇ ਆਪਣੀ ਗਲਤੀ ਉਹਦੇ ਚ ਮੰਨੀ ਵੀ ਹੈ, ਔਰ ਉਹਨਾਂ ਨੂੰ ਰਿਸਟੋਰ ਕਰਕੇ ਉਹਨਾਂ ਨੂੰ ਅਨਾਜ ਦਿੱਤਾ ਗਿਆ। ਸੋ ਇਸ ਕਰਕੇ ਕੋਈ ਘਪਲਾ ਜੋ ਇਹਨਾਂ ਨੂੰ ਲੱਗਦਾ ਹੈ, ਇਹ ਘਪਲਾ ਸਿਰਫ ਅੱਜ ਪ੍ਰੋਟੈਸਟ ਕਰਨਾ ਸੀ, ਇਹ ਇਸ ਕਰਕੇ ਘਪਲਾ ਲੱਗ ਰਿਹਾ, ਅਦਰਵਾਈਜ਼ ਕੋਈ ਇਸ ਤਰ੍ਹਾਂ ਦਾ ਘਪਲਾ। ਪਰ ਠੀਕ ਹੈ ਡਾਕਟਰ ਸਾਹਿਬ, ਮੈਂ ਜਿਸ ਸਮੇਂ ਸਰਕਾਰ ਬਣੀ ਸੀਗੀ 16 ਜਾਂ 17 ਨਵੰਬਰ 2017 ਨੂੰ, ਜਿਹੜੀਆਂ ਪਹਿਲੀਆਂ ਕੈਬਨਿਟ ਦੀਆਂ ਮੀਟਿੰਗ ਹੋਈਆਂ ਸੀਗੀਆਂ, ਉਹਨਾਂ ਦੇ ਵਿੱਚ ਇਹ ਪ੍ਰਪੋਜ਼ਲ ਜਿਹੜਾ ਸੀ ਉਹ ਪਾਸ ਕੀਤਾ ਗਿਆ ਸੀ ਕਿ ਜਿਹੜੇ ਨੀਲੇ ਕਾਰਡ ਹੈਗੇ ਆ ਉਹਨਾਂ ਨੂੰ ਤਬਦੀਲ ਕੀਤਾ ਜਾਏਗਾ ਸਮਾਰਟ ਕਾਰਡਸ ਦੇ ਵਿੱਚ। ਪਰ ਉਹ ਕਨਫਲਿਕਟ ਜਿਹੜਾ ਹੈਗਾ, ਉਹ ਵਿਵਾਦ ਅਜੇ ਤੱਕ ਚੱਲਦਾ ਹੈਗਾ ਕਿ ਉਹ ਤਬਦੀਲ ਨਹੀਂ ਹੋਏ। ਅਜੇ ਵੀ ਇਹਦੇ ਵਿੱਚ ਐਲੀਗੇਸ਼ਨ ਨਹੀਂ ਹੈਗਾ ਕਿ ਜਿਹੜੇ ਕਾਰਡ ਕੱਟੇ ਜਾ ਰਹੇ ਨੇ ਜਾਂ ਜਿਨ੍ਹਾਂ ਦੇ ਨਾਮ ਹਟਾਏ ਜਾ ਰਹੇ ਨੇ, ਉਹ ਡਿਸੀਜਨ ਪੋਲੀਟੀਕਲ ਹੈਗਾ। ਜਿਹੜੇ ਸਰਪੰਚ ਹੈਗੇ ਨੇ ਜਾਂ ਜਿਹੜੇ ਤੁਹਾਡੇ ਬਲਾਕ ਸੰਮਤੀਆਂ ਦੇ ਮੈਂਬਰ ਨੇ ਜਾਂ ਜਿਹੜੇ ਹੋਰ ਜ਼ਮੀਨੀ ਲੈਵਲ ਤੇ ਲੀਡਰ ਹੈਗੇ ਨੇ, ਉਹ ਸਿਰਫ ਆਪਣੀ ਪੋਲੀਟੀਕਲ ਪ੍ਰੈਫਰੈਂਸ ਦੇ ਆਧਾਰ ਦੇ ਉੱਤੇ ਜਿਹੜੇ ਕਾਰਡ ਕੱਟ ਰਹੇ ਨੇ ਔਰ ਨਵੇਂ ਬਣਾਏ ਜਾ ਰਹੇ ਨੇ। ਅਮਨ ਜੀ। ਪਮਿਲ ਜੀ, ਸਾਡੀ ਸਰਕਾਰ ਦਾ ਤਾਂ ਕਲੀਅਰ ਕੱਟ ਦੇਖੋ ਪਮਿਲ ਜੀ, ਇਸ ਤਰ੍ਹਾਂ ਹੈ, ਜਿਨ੍ਹਾਂ ਦੇ ਕੱਟੇ ਆ ਉਹਨਾਂ ਨੂੰ ਰਿਸਟੋਰ ਕਰੋ, ਔਰ ਉਹਨਾਂ ਨੂੰ ਜੇਕਰ ਨਹੀਂ ਵੀ ਰਿਸਟੋਰ ਤਦ ਤੱਕ ਨਹੀਂ ਹੁੰਦੇ ਜਦ ਤੱਕ ਉਹਨਾਂ ਨੂੰ ਰਾਸ਼ਨ ਦਿਓ ਅਜਿਹਾ। ਬਾਕੀ ਜਿਹੜੇ ਕਾਰਡ ਜਿਹੜੇ ਸਮਾਰਟ ਕਾਰਡਸ ਦੀ ਗੱਲ ਹੈ, ਉਹਦੇ ਲਈ ਲਗਭਗ 21 ਕਰੋੜ ਰੁਪਇਆ ਆਲਰੇਡੀ ਸੈਂਕਸ਼ਨ ਹੋ ਚੁੱਕਾ ਹੈ। ਤੇ ਮੈਨੂੰ ਇਹ ਲੱਗਦਾ ਕਿ ਹਾਂ, ਥੋੜੀ ਦੇਰ ਜ਼ਰੂਰ ਹੋਈ, ਪਰ ਬਹੁਤ ਜਲਦੀ ਜਿਹੜੇ ਸਮਾਰਟ ਕਾਰਡਸ ਉਹ ਬਣ ਜਾਣਗੇ। ਅਮਨ ਜੀ। ਦੇਖੋ ਪਮਿਲ ਜੀ, ਇਸ ਤਰ੍ਹਾਂ ਹੈ ਕਿ ਇਹ ਇੱਕ ਅਜਿਹਾ ਕੰਮ ਹੈ ਜਿਹਦੇ 'ਚ ਹਰੇਕ ਲੋੜਵੰਦ ਦਾ ਤੁਸੀਂ ਚੁੱਲ੍ਹਾ ਚੱਲਦਾ ਰੱਖਣਾ, ਪਰ ਅਨਫੋਰਚੂਨੇਟਲੀ ਲੰਮੇ ਸਮੇਂ ਤੋਂ, ਚਾਹੇ ਉਹ ਪਿਛਲੀ ਸਰਕਾਰ ਸੀ ਚਾਹੇ ਮੌਜੂਦਾ ਸਰਕਾਰ ਹੈ, ਹੋ ਕੀ ਰਿਹਾ ਹੈ ਕਿ ਅੰਨਾ ਵੰਡੇ ਰਿਉੜੀਆਂ ਮੁੜ ਆਪਣਿਆਂ ਨੂੰ ਪਹਿਲਾਂ ਜੋ 10 ਸਾਲ ਦੇ ਵਿੱਚ ਗਲਤ ਕਾਰਡ ਬਣੇ ਸੀਗੇ ਉਹ ਇਹਨਾਂ ਨੇ ਕੱਟਤੇ, ਤੇ ਹੁਣ ਚੱਲ ਅੱਜ ਕੱਲ ਵੀ ਉਹੀ ਕੁਛ ਰਿਹਾ। ਸਿਰਫ ਔਰ ਸਿਰਫ ਜਿਹੜੇ ਕਾਂਗਰਸ ਦੇ ਆਪਦੇ ਚਹੇਤੇ ਨੇ, ਇਹਨਾਂ ਦੇ ਵਰਕਰ ਨੇ, ਇਹਨਾਂ ਦੇ ਵੋਟਰ ਨੇ, ਸਿਰਫ ਉਹਨਾਂ ਦੇ ਕਾਰਡ ਬਣਦੇ ਨੇ ਜਿਹੜੇ ਜੈਨੂਇਨ ਬੰਦੇ ਸੀਗੇ। ਆਮ ਆਦਮੀ ਨੂੰ ਤਾਂ ਨਾ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਮਿਲਿਆ ਤੇ ਨਾ ਹੁਣ ਮਿਲ ਰਿਹਾ ਹੈ, ਨੰਬਰ 1। ਨੰਬਰ 2 ਦੇ ਉੱਪਰ ਜਿਹੜਾ ਇਹ ਅੱਜ ਕਹਿ ਰਿਹਾ ਵੀ ਆਪਾਂ ਬਹੁਤ ਵੱਡਾ ਕਿਓਸ ਫੈਲਿਆ ਰਿਹਾ, ਬਹੁਤ ਵੱਡਾ ਘਪਲਾ ਹੋਇਆ ਹੈ ਕੋਵਿਡ ਦੇ ਦੌਰਾਨ, ਕਰੋਨਾ ਦੇ ਦੌਰਾਨ, ਉਹਦਾ ਮਕਸਦ ਕਾਰਨ ਸਿਰਫ ਔਰ ਸਿਰਫ ਇੱਕੋ ਇਹੀ ਸੀਗਾ ਕਿ ਪੰਜਾਬ ਸਰਕਾਰ ਨੇ ਉਹਦੀ ਇੰਪਲੀਮੈਂਟੇਸ਼ਨ ਹੈ ਜਿਹੜੀ ਉਹ ਗਵਰਨਮੈਂਟ ਮਸ਼ੀਨਰੀ ਦੇ ਰਾਹੀਂ ਕਰਨ ਦੀ ਬਜਾਏ ਉਹ ਆਪਦੇ ਵਰਕਰਾਂ ਦੇ ਰਾਹੀਂ ਕਰਾਈ, ਜਿਹਦੀ ਵਜ੍ਹਾ ਕਰਕੇ ਘਪਲਾ ਹੋਇਆ। ਤੇ ਪਹਿਲੇ ਦਿਨ ਹੀ, ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਕਿ ਜਦੋਂ ਤੁਹਾਡੇ ਕੋਲ ਸਪੋਜ਼ 1,41,00,000 ਤੁਹਾਡੇ ਕੋਲ ਨੀਲਾ ਕਾਰਡ ਹੋਲਡਰ ਹੈਗੇ, ਕੋਵਿਡ ਦੇ ਦੌਰਾਨ ਤੁਸੀਂ 1,41,00,000 ਉਹ ਪਲੱਸ ਜਿਹੜੇ 10-15 ਲੱਖ 20 ਲੱਖ ਕੱਟੇ ਹੋਏ ਨੇ, ਪਲੱਸ ਉਹਨਾਂ ਨੂੰ ਨਾਲ ਜੋੜ ਲਓ, ਪਲੱਸ ਜਿਹੜੇ ਉਹ ਲੋਕ ਪ੍ਰਵਾਸੀ ਮਜ਼ਦੂਰ ਨੇ ਜਾਂ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਦੇ ਕਾਰਡ ਨਾ ਵਿਚਾਰਿਆਂ ਦੇ ਪਹਿਲਾਂ ਬਣੇ ਤੇ ਨਾ ਵਿਚਾਰਿਆਂ ਦੇ ਅੱਜ ਬਣੇ, ਤੁਸੀਂ ਉਹਨਾਂ ਨੂੰ ਜੋੜ ਲਓ। ਜੇ ਸਾਰਿਆਂ ਨੂੰ ਜੋੜ ਕੇ ਜੇ ਇਹ ਜਿਹੜਾ ਕੇਂਦਰ ਤੋਂ ਸਪਲਾਈ ਆਈ ਹੈ ਅਨਾਜ ਦੀ, ਜੇ ਤਕਰੀਬਨ ਉਹ ਮੇਰੇ ਖਿਆਲ ਦੇ ਵਿੱਚ 1.25-2 ਕਰੋੜ ਦੇ ਕਰੀਬ ਪੋਪੂਲੇਸ਼ਨ ਬਣਨੀ ਸੀਗੀ, 1.25-2 ਕਰੋੜ ਮੀਨਸ ਤੁਸੀਂ ਬੜੇ ਆਰਾਮ ਦੇ ਨਾਲ 60-70% ਪੋਪੂਲੇਸ਼ਨ ਨੂੰ ਪੰਜਾਬ ਦੀ ਨੂੰ ਕਵਰ ਕਰ ਸਕਦੇ ਸੀਗੇ। ਪਰ ਇਹਨਾਂ ਨੇ ਉਹ ਸਿਸਟਮ ਬਾਅਦ ਦੇ ਵਿੱਚ ਅਡਾਪਟ ਕੀਤਾ। ਜੇ ਪਹਿਲੇ ਦਿਨ ਹੀ ਇਹ ਸਿਸਟਮ ਅਡਾਪਟ ਕੀਤਾ ਹੁੰਦਾ ਤੇ ਮੇਰੇ ਖਿਆਲ ਦੇ ਵਿੱਚ ਇਹਨਾਂ ਕਿਓਸ ਮੱਚਣਾ ਹੀ ਨਹੀਂ ਸੀਗਾ, ਜਿਹਦੀ ਵਜ੍ਹਾ ਕਰਕੇ ਅੱਜ ਟੇਮ ਗੇਮ ਹੈ ਜਿਹੜੀ ਉਹ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਚੱਲ ਰਹੀ ਹੈ। ਬਲਟੋਹਾ ਸਾਹਿਬ ਕਹਿੰਦੇ ਨੇ ਵੀ ਇੰਨਾ ਆ ਗਿਆ, ਵੰਡਿਆ ਨਹੀਂ ਹੈਗਾ, ਇਹ ਕਹਿੰਦੇ ਨੇ ਅਸੀਂ ਇੰਨਾ ਪੱਲਿਓ ਵੰਡਦਾ, ਤੇ ਜਿਹੜੇ ਸਹੀ ਮਾਇਨੇ ਦੇ ਵਿੱਚ ਲੋੜਵੰਦ ਨੇ ਉਹ ਅੱਜ ਵੀ ਬਹੁਤ ਲੋਕ ਅਜਿਹੇ ਨੇ ਜਿਨ੍ਹਾਂ ਕੋਲ ਸਹੀ ਮਾਇਨੇ ਦੇ ਵਿੱਚ ਅਨਾਜ ਪਹੁੰਚਿਆ ਨਹੀਂ ਹੈਗਾ, ਕਿਉਂਕਿ ਸਿਸਟਮ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਪ੍ਰੋਪਰਲੀ ਇੰਪਲੀਮੈਂਟ ਨਹੀਂ ਕੀਤਾ ਹੈਗਾ। ਠੀਕ ਹੈ, ਪਰ ਡਾਕਟਰ ਸਾਹਿਬ, ਜੇ ਅਗਰ ਸਰਕਾਰ ਇਹ ਤਰਕ ਵੀ ਦਿੰਦੀ ਹੈ ਕਿ ਕੁਝ ਲੋਕ ਬਚ ਗਏ, ਪਰ ਬਚਣੇ ਦੇ ਕੁਝ ਵੀ ਲੋਕ ਨਹੀਂ ਚਾਹੀਦੇ, ਜਦਕਿ ਅੱਜ ਪੰਜਾਬ ਭਰ ਦੇ ਵਿੱਚੋਂ ਲਗਾਤਾਰ ਪੰਜਾਬ ਦੇ ਕਈ ਸਾਰੇ ਪਿੰਡਾਂ ਦੇ ਵਿੱਚੋਂ, ਹਰ ਖੇਤਰ ਦੇ, ਮਾਝਾ, ਮਾਲਵਾ ਤੇ ਦੁਆਬੇ ਦੇ ਵਿੱਚੋਂ ਇਹ ਖਬਰਾਂ ਲੱਗ ਰਹੀਆਂ ਨੇ, ਰਿਪੋਰਟਸ ਆ ਰਹੀਆਂ ਨੇ ਕਿ ਨੀਲੇ ਕਾਰਡ ਤੋਂ ਲੋਕ ਪਰੇਸ਼ਾਨ ਹੈਗੇ ਨੇ, ਜਿਨ੍ਹਾਂ ਦੇ ਕੱਟੇ ਗਏ ਉਹਨਾਂ ਨੂੰ ਰਾਸ਼ਨ ਨਹੀਂ ਮਿਲਦਾ। ਔਰ ਜ਼ਿਆਦਾਤਰ ਐਲੀਗੇਸ਼ਨ ਇਹ ਨਿਕਲ ਕੇ ਆ ਰਹੇ ਨੇ ਕਿ ਸਾਡੇ ਕਾਂਗਰਸੀਆਂ ਨੇ ਕਟਵਾਏ ਨੇ, ਜਿਹੜੇ ਦੂਸਰੀਆਂ ਪਾਰਟੀਆਂ ਨਾਲ ਜੁੜੇ ਹੋਏ ਲੋਕ ਹੈਗੇ ਨੇ। ਨਹੀਂ ਪਾਮਿਲ ਜੀ, ਮੇਰੇ ਹਿਸਾਬ ਨਾਲ ਤੇ ਇਹ ਜਿਹੜਾ ਐਲੀਗੇਸ਼ਨ ਹੈ ਅਕੋਰਡਿੰਗ ਟੂ ਮੀ ਇਹ ਬਿਲਕੁਲ ਗਲਤ ਹੈ, ਬੇਬੁਨਿਆਦ ਹੈ। ਔਰ ਜਿੱਥੇ ਤੱਕ ਜਿਨ੍ਹਾਂ ਦੇ ਕਾਰਡ ਨਹੀਂ ਵੀ ਬਣੇ ਉਹਨਾਂ ਲਈ ਵੀ ਰਾਸ਼ਨ ਜਿਹੜਾ ਅੱਜ ਦੀ ਡੇਟ ਦੇ ਵਿੱਚ ਆ ਰਿਹਾ ਹੈ
ਔਰ ਉਹਨਾਂ ਨੂੰ ਵੀ ਰਾਸ਼ਨ ਸਾਡੀ ਸਰਕਾਰ ਦੀ ਪਹਿਲ ਹੈ ਕਿ ਉਸ ਨੂੰ ਜਲਦ ਤੋਂ ਜਲਦ ਜਿਹੜਾ ਉਹਨਾਂ ਨੂੰ ਵੀ ਰਾਸ਼ਨ ਦਿੱਤਾ ਜਾਵੇ। ਔਰ ਜਿਹੜੇ ਨੀਲਾ ਕਾਰਡ ਧਾਰਕ ਨੇ ਜਾਂ ਜਿਨ੍ਹਾਂ ਦੇ ਨਹੀਂ ਬਣੇ ਜਾਂ ਜਿਹੜੇ ਡਿਜ਼ਰਵ ਕਰਦੇ ਆ, ਕੁਝ ਬਣਨ ਵਾਲੇ ਆ, ਉਸ ਦੇ ਲਈ ਵੀ ਜਿਹੜੀ ਗਵਰਨਮੈਂਟ ਆ ਉਹ ਉਪਰਾਲਾ ਕਰ ਰਹੀ ਹੈ। ਉਹਨਾਂ ਦੇ ਵੀ ਬਹੁਤ ਜਲਦੀ ਜਿਹੜੇ ਨੀਲੇ ਕਾਰਡ ਆ ਉਹ ਵਲਟੋਆ ਸਾਹਿਬ ਵੀ ਕਰਾਂਗੇ, ਬਣਨਗੇ ਜੀ। ਠੀਕ ਹੈ, ਵਲਟੋਆ ਸਾਹਿਬ ਕਹਿੰਦੇ ਵੀ ਜਿਨ੍ਹਾਂ ਨੇ ਜਿਨ੍ਹਾਂ ਦੇ ਕੱਟੇ ਵੀ ਗਏ ਸੀ ਉਹਨਾਂ ਨੂੰ ਵੀ ਰਾਸ਼ਨ ਦੇ ਰਹੀ ਹੈ ਸਰਕਾਰ। ਦੇਖੋ ਪਮਲ ਜੀ, ਮੈਂ ਤਾਂ ਬੇਨਤੀ ਕਰਾਂ, ਪਿੰਡਾਂ 'ਚ ਹੋ ਕੀ ਰਿਹਾ ਹੈ ਕਿ ਜੇ ਦਾ ਵਿਰੋਧੀ ਧਿਰ ਵਾਲੇ ਗਰੀਬ ਦਾ ਵਿਚਾਰੇ ਦਾ ਕਾਰਡ ਰਹਿ ਵੀ ਗਿਆ ਨਾ, ਉਹਨਾਂ ਨੂੰ ਪਤਾ ਕਿ ਵਿਰੋਧੀ ਧਿਰ ਨਾਲ ਸੰਬੰਧਿਤ ਹੈ, ਉਹਦਾ ਚਲਾ ਕੇ ਕਾਰਡ ਮਾਰਦੇ, ਪਰਚੀ ਉਹ ਤੋਂ ਖੋਹ ਦਿੰਦੇ ਆ, ਉਹਨੂੰ ਕਹਿੰਦੇ ਉੱਥੋਂ ਜਾ ਕੇ ਲੈ। ਔਰ ਇੱਥੋਂ ਤੱਕ ਹੈ ਕਿ ਕਾਂਗਰਸੀ ਦੁਖੀ ਨੇ, ਜਿਹੜੇ ਕਾਂਗਰਸੀ ਵੋਟਰ ਨੇ ਨਾ, ਜਿਨ੍ਹਾਂ ਦੇ ਨੀਲੇ ਕਾਰਡ ਹੈਗੇ ਹੈ, ਤੇ ਇਹਨਾਂ ਦੇ ਰਾਸ਼ਨ ਕਿਹਨੂੰ ਵੰਡਣਾ ਚਾਹੀਦਾ ਹੈ? ਜਿਹੜਾ ਫੂਡ ਸਪਲਾਈ ਡਿਪਾਰਟਮੈਂਟ ਹੈ, ਇੰਸਪੈਕਟਰਾਂ ਨੂੰ ਵੰਡਣਾ ਚਾਹੀਦਾ, ਡਿਪੂ ਹੋਲਡਰ ਨੂੰ ਵੰਡਣਾ ਚਾਹੀਦਾ ਹੈ। ਪਰ ਸਰਕਾਰ ਦੀਆਂ ਹਦਾਇਤਾਂ ਨੇ ਕਿ ਸਰਪੰਚ ਵੰਡਣਗੇ। ਡਿਪੂ ਹੋਲਡਰਾਂ ਦੀ ਪਹਿਲ ਕੀਤਾ ਜਾਂਦਾ ਹੈ, ਜਿੱਥੇ ਕੋਈ ਡਿਪੂ ਹੋਲਡਰ ਹੈ ਉਹਦਾ ਡਿਪੂ ਕੈਂਸਲ ਕਰਕੇ ਹੋਰ ਕਿਸੇ ਨਾਲ ਅਟੈਚ ਕਰਕੇ ਸਰਪੰਚ ਤੋਂ ਬਣਵਾਇਆ ਜਾਂਦਾ ਹੈ। ਤੇ ਫਿਰ ਸਰਪੰਚ ਸਾਹਿਬ ਤੁਹਾਡੇ ਦੋਸ਼ ਜਿਹੜੇ ਬੇਬੁਨਿਆਦ ਆ, ਅਜਿਹਾ ਕੁਝ ਨਹੀਂ ਹੈ, ਬਿਲਕੁਲ ਡਿਪੂ ਹੋਲਡਰ ਹੀ ਅਨਾਜ ਵੰਡ ਰਿਹਾ ਹੈ। ਗੱਲ ਪੂਰੀ ਕਰਨ ਦਿਓ। ਅਮਨ ਜੀ ਆ ਰਹੇ ਦੇ 5 ਤੋੜੇ ਨੇ, 5 ਤੋੜੇ ਨੇ, ਉਹਨੂੰ ਕਹਿੰਦੇ 2 ਮਿਲਣੇ, ਤੇ ਜੇ ਜ਼ਿਆਦਾ ਰੌਲਾ ਪਾ ਤਾਂ 3 ਹੋ ਜਾਏ, ਇਹ ਵੀ ਨਹੀਂ ਮਿਲਣੇ। ਉਹ ਵਿਚਾਰਾ ਗਰੀਬ ਵਿਚਾਰਾ ਕਹਿੰਦਾ 2 ਮਿਲਦੇ ਮੈਂ ਇਹੀ ਲੈ ਕੇ ਚੱਲ ਜਾ। ਹੋਇਆ ਕੀ? ਅਮਨ ਜੀ ਬੈਠੇ ਇਹਨਾਂ ਦੇ ਜ਼ਿਲ੍ਹੇ ਦੇ ਵਿਚਾਰੇ ਗਰੀਬਾਂ ਨੂੰ ਹਾਈ ਕੋਰਟ ਜਾਣਾ ਪਿਆ। ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਗਰੀਬਾਂ ਨੂੰ ਹਾਈ ਕੋਰਟ 'ਚ ਲੈ ਕੇ ਗਿਆ ਕਿ ਸਾਡੇ ਨੀਲੇ ਕਾਰਡ ਕੱਟ ਦਿੱਤੇ ਗਏ ਨੇ। ਸ਼੍ਰੋਮਣੀ ਅਕਾਲੀ ਦਲ ਨੇ ਮਸਲਾ ਉਠਾਇਆ, ਹਾਈ ਕੋਰਟ ਦੇ ਵਿੱਚ ਜਾ ਕੇ ਕੇਸ ਕੀਤਾ ਕਿ ਪੰਜਾਬ 'ਚ ਵੱਡੀ ਪੱਧਰ ਤੇ ਨੀਲੇ ਕਾਰਡ ਕੱਟ ਦਿੱਤੇ ਗਏ ਨੇ। ਔਰ ਪੰਜਾਬ ਸਰਕਾਰ ਨੇ ਆਪਣੀ ਗਲਤੀ ਸਵੀਕਾਰ ਕੀਤੀ ਕਿ ਹਾਂ ਨੀਲੇ ਕਾਰਡ ਕੱਟੇ ਗਏ, ਅਸੀਂ ਦੁਬਾਰਾ ਬਣਾਵਾਂਗੇ, ਇਹਨਾਂ ਨੂੰ ਰਾਸ਼ਨ ਦੇਵਾਂਗੇ। ਨੀਲੇ ਕਾਰਡ ਦੇ ਕਿਤੇ ਰਹਿ ਗਏ, ਰਾਸ਼ਨ ਵੀ ਕਿਤੇ ਕਿਤੇ ਹੈ ਨਹੀਂ। ਠੀਕ ਹੈ, ਅਸਲ ਮੱਚੀ ਹੈ। ਇਸ ਕਰਕੇ ਸਾਡੀ ਹੱਥ ਬਣ ਕੇ ਬੇਨਤੀ ਹੈ ਕਿ ਮੈਂ ਹਾਈ ਕੋਰਟ ਵਾਲੇ ਠੱਗੀ ਕਰ ਲਈ, ਪਰ ਐਡੀ ਠੱਗੀ ਨਾ ਮਾਰੋ ਕਿ ਗਰੀਬ ਦੀਆਂ ਬਦਸੀਸਾਂ ਤੁਸੀਂ ਲੈ ਲਓ। ਠੀਕ ਹੈ, ਮੈਂ ਡਾਕਟਰ ਸਾਹਿਬ ਹਾਈ ਕੋਰਟ ਨੂੰ ਲੈ ਕੇ ਤੁਹਾਨੂੰ ਹੋਰ ਵੀ ਸਵਾਲ ਕਰਨਾ ਹੈਗਾ। ਅਮਨ ਜੀ ਪਹਿਲੇ ਕੁਝ ਕਹਿ ਰਹੇ ਨੇ। ਪਮਲ ਜੀ, ਇਸ ਤਰ੍ਹਾਂ ਹੈ ਕਿ ਮੈਂ ਤੁਹਾਨੂੰ ਹਾਲਤ ਦੱਸ ਦਿੰਦਾ ਵੀ ਕੀ ਹਾਲਤ ਨੇ, ਕਿੰਨਾ ਸਿਆਸੀਕਰਨ ਹੋ ਚੁੱਕਿਆ। ਮੈਂ ਸੁਨਾਮ ਆਪਦੇ ਦਫ਼ਤਰ ਦੇ ਵਿੱਚ ਬੈਠਾ, ਮੇਰੇ ਕੋਲ ਫਾਰਮ ਨੇ, ਇਹ ਉਹ ਫਾਰਮ ਨੇ ਜਿਹੜੇ ਕਿ ਆਟਾ ਦਾਲ ਲਈ ਭਰੇ ਜਾਂਦੇ ਨੇ। ਉਹ ਲੋਕ, ਗਰੀਬ ਲੋਕ, ਮੇਰੇ ਦਫ਼ਤਰ ਦੇ ਵਿੱਚ ਤਕਰੀਬਨ ਇਹ ਜੇ 800-900 ਫਾਰਮ ਹੈ ਜਿਹੜਾ ਉਹ ਭਰਿਆ ਪਿਆ ਹੈ, ਕਿਉਂਕਿ ਉਹ ਲੋਕ ਨੇ ਜਿਨ੍ਹਾਂ ਦੇ ਗਰੀਬਾਂ ਦੇ, ਕਿਉਂਕਿ ਕਾਂਗਰਸ ਦੇ ਵੋਟਰ ਨਹੀਂ ਸੀਗੇ, ਉਹਨਾਂ ਦੇ ਫਾਰਮ ਨੇ ਜਿਹੜੇ ਉਹ ਰਿਜੈਕਟ ਕਰ ਲਏ, ਜਾਂ ਉਹ ਫੜੇ ਹੀ ਨਹੀਂ ਗਏ ਕਾਂਗਰਸ ਵਾਲਿਆਂ ਨੇ, ਤੇ ਜਾਂ ਇਹਨਾਂ ਦੇ ਮਹਿਕਮੇ ਵਾਲੇ ਨੇ। ਇਹੋ ਜਿਹਾ ਮੇਰੇ ਕੋਲੇ 800-900 ਫਾਰਮ ਹੈ ਜਿਹੜਾ ਉਹ ਇਕੱਠਾ ਹੋਇਆ ਪਿਆ। ਉਸ ਤੋਂ ਮਗਰ ਉਹ ਕਰੋਨਾ ਦਾ ਦੌਰ ਚੱਲ ਪਿਆ। ਅੱਜ ਉਹ ਲੋਕ ਵਿਚਾਰੇ ਉਹ ਜਦੋਜਹਿਦ ਕਰ ਰਹੇ ਨੇ, ਉਹ ਪਿਲਰ ਟੂ ਪੋਸਟ ਭੱਜ ਰਹੇ ਨੇ, ਪਰ ਸਰਕਾਰ ਹੈ ਸਿਰਫ ਔਰ ਸਿਰਫ ਕੰਨਾਂ ਦੇ ਵਿੱਚ ਕੌੜਾ ਤੇਲ ਪਾ ਕੇ ਸੁੱਤੀ ਪਈ ਹੈ। ਅਜਿਹਾ ਜੇ ਮੈਂ ਕਹਿੰਦਾ 800-900 ਬੰਦਾ ਤਾਂ ਮੇਰੇ ਕੋਲੇ ਆ ਗਿਆ, ਬਹੁਤ ਅਜਿਹਾ ਹਜ਼ਾਰਾਂ ਬੰਦਾ ਹੋਊਗਾ ਜਿਹੜਾ ਵਿਚਾਰਾ ਅਜੇ ਤੱਕ ਸ਼ਾਇਦ ਮੇਰੇ ਕੋਲ ਵੀ ਨਾ ਪਹੁੰਚਿਆ ਹੋਵੇ। ਸੋ ਇਸ ਕਰਕੇ ਇਕੱਲੇ ਸੁਨਾਮ ਦੇ ਸਾਰੇ ਪੰਜਾਬ ਦੀ ਹਾਲਾਤ ਨੇ ਜਿਹੜੇ ਇਹ ਬਣੇ ਪਏ ਨੇ। ਸੋ ਇਹਦੇ ਵਾਸਤੇ ਇੱਕ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇੱਕ ਪੰਜਾਬ ਸਰਕਾਰ ਨੂੰ ਦੁਬਾਰਾ ਰੀਲੁੱਕ ਕਰਨੀ ਚਾਹੀਦੀ ਹੈ। ਵੈਰੀਫਿਕੇਸ਼ਨ ਤੁਸੀਂ ਅਕਾਲੀ ਦਲ ਵਾਲਿਆਂ ਦੇ ਕਾਰਡਾਂ ਦੀ ਤਾਂ ਕਰ ਲਈ, ਪਰ ਆਪਦੇ ਕਾਰਡਾਂ ਦੀ ਵੀ ਜੇ ਸਹੀ ਮਾਇਨੇ 'ਚ ਵੈਰੀਫਿਕੇਸ਼ਨ ਕਰੋਗੇ, ਉਹਦੇ ਵਿੱਚ ਵੀ ਭਾਰੀ ਡਿਸਕ੍ਰਿਪੈਂਸੀਜ਼ ਨੇ ਜਿਹੜੀਆਂ ਉਹ ਨਿਕਲ ਆਉਣਗੀਆਂ। ਠੀਕ ਹੈ ਡਾਕਟਰ ਸਾਹਿਬ, ਇੱਕ ਅਮਨ ਅਰੋੜਾ ਉਹਨਾਂ ਨੇ ਜਿਹੜੀ ਗੱਲ ਕਹੀ, ਔਰ ਦੂਸਰੀ ਗੱਲ ਜਿਹੜੀ ਕਹਿ ਰਹੇ ਨੇ ਸੰਗਰੂਰ ਤੋਂ ਹਾਈ ਕੋਰਟ ਗਏ। ਮੈਂ ਤੁਹਾਨੂੰ ਦੱਸਦਾ 17 ਜੂਨ 2020 ਨੂੰ ਅਬੋਹਰ ਤੋਂ ਵੀ ਇੱਕ ਹਾਈ ਕੋਰਟ ਦੇ ਵਿੱਚ ਕੇਸ ਗਿਆ ਸੀ, ਜਿਸ ਨੂੰ ਬਾਅਦ ਹਾਈ ਕੋਰਟ ਨੇ ਸਟੇਟ ਗਵਰਨਮੈਂਟ ਨੂੰ ਫਟਕਾਰ ਲਾਈ ਸੀ, ਡਾਇਰੈਕਸ਼ਨ ਦਿੱਤੀਆਂ ਸੀ ਕਿ ਜਿਹੜੇ ਨੀਲੇ ਕਾਰਡ ਕੱਟੇ ਜਾ ਰਹੇ ਨੇ ਉਹਨਾਂ ਨੂੰ ਫੌਰਨ ਬਹਾਲ ਕੀਤਾ ਜਾਵੇ। ਉਸ ਤੋਂ ਬਾਅਦ ਵੀ ਲਗਾਤਾਰ ਇਹ ਕੇਸ ਆ ਰਹੇ ਨੇ ਜੀ। ਪਮਲ ਜੀ, ਜਿਹੜੀ ਬਲਟੋਹਾ ਜੀ ਗੱਲ ਕਰ ਰਿਹਾ ਹੈ, ਸਿਆਸੀਕਰਨ ਦੀ ਗੱਲ ਕਰ ਰਿਹਾ ਹੈ, ਮੈਨੂੰ ਲੱਗਦਾ ਹੈ ਆਪਣੀ ਸਰਕਾਰ ਦੇ ਸਮੇਂ ਦੀ ਗੱਲ ਕਰ ਰਿਹਾ ਹੈ, ਜਦੋਂ ਕਈ ਹਲਕਿਆਂ ਦੇ ਵਿੱਚ ਮੈਂ ਪਹਿਲਾਂ ਵੀ ਦੱਸ ਸਕਦਾ ਜਿੱਥੇ 80% ਤੋਂ ਵੀ ਜ਼ਿਆਦਾ ਲੋਕਾਂ ਦੇ ਜਿੱਥੇ ਕਾਰਡ ਬਣੇ। ਬਾਕੀ ਦੂਸਰੀ ਗੱਲ ਜੋ ਅਮਨ ਅਰੋੜਾ ਜੀ ਨੇ ਰੇਜ਼ ਕੀਤੀ ਹੈ, ਬਿਲਕੁਲ ਸਹੀ ਹੈ। ਰੀਵੈਰੀਫਿਕੇਸ਼ਨ ਜਿਹੜੀ ਹੈ, ਕੁਝ ਚਾਹੇ ਕਾਂਗਰਸੀ ਹੈ ਜਾਂ ਕੋਈ ਵੀ ਹੈ, ਵੈਰੀਫਿਕੇਸ਼ਨ ਕੀਤੀ ਵੀ ਹੈ, ਰੀਵੈਰੀਫਿਕੇਸ਼ਨ ਵੀ ਹੋਈ ਹੈ। ਔਰ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਲੋਕ ਡਿਜ਼ਰਵ ਕਰਦੇ ਆ ਉਹਨਾਂ ਨੂੰ ਜ਼ਰੂਰ ਰਾਸ਼ਨ ਜਿਹੜਾ ਉਹ ਮਿਲਣਾ ਚਾਹੀਦਾ, ਕਿਉਂਕਿ ਇਹ ਕੋਵਿਡ ਦਾ ਸਮਾਂ ਹੈ, ਕਰੋਨਾ ਮਹਾਮਾਰੀ ਦਾ ਸਮਾਂ ਹੈ। ਐਵਰੀਬਡੀ ਸ਼ੁੱਡ ਗੈਟ देयर ਰਾਈਟ। ਸਾਡੀ ਇਹ ਸਰਕਾਰ ਦੀ ਹਮੇਸ਼ਾ ਤੋਂ ਪਾਲਿਸੀ ਰਹੀ ਹੈ ਕਿ ਹਰ ਇੱਕ ਨੂੰ ਉਹਦਾ ਰਾਈਟ ਮਿਲੇ। ਸੋ ਇਸ ਤਰ੍ਹਾਂ ਦੇ ਕੋਈ, ਜੇਕਰ ਹਾਈ ਕੋਰਟ ਦੇ ਵਿੱਚ ਵੀ ਗਵਰਨਮੈਂਟ ਨੇ ਵੀ ਆਪਣੀ ਗਲਤੀ ਮੰਨੀ ਹੈ, ਨਹੀਂ ਤਾਂ ਸਰਕਾਰਾਂ ਵੀ ਕਿੱਥੇ ਗਲਤੀ ਮੰਨਦੀਆਂ ਜੇਕਰ। ਪਰ ਡਾਕਟਰ ਸਾਹਿਬ ਇੱਕ ਤੁਹਾਨੂੰ ਨਹੀਂ ਲੱਗਦਾ, ਇੱਕ ਡਾਕਟਰ ਸਾਹਿਬ
ਕੁਝ ਕਾਰਡ ਜਿਹੜੇ ਆ ਉਹ ਗਲਤ ਕੱਟੇ ਹੋਏ ਹੋਣਗੇ, ਪਰੰਤੂ ਜੇਕਰ ਗਲਤ ਵੀ ਹੋਣਗੇ ਅਸੀਂ ਉਹਨਾਂ ਨੂੰ ਰਾਸ਼ਨ ਜ਼ਰੂਰ ਦਵਾਂਗੇ, ਉਹਨਾਂ ਨੂੰ ਰਿਸਟੋਰ ਕਰਨ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ, ਪਰ ਡਾਕਟਰ ਸਾਹਿਬ ਤੁਹਾਨੂੰ ਨਹੀਂ ਲੱਗਦਾ ਇੱਕ ਫਿਕਸਡ ਟਾਈਮ ਫਰੇਮ ਦੇ ਵਿੱਚ ਜੇ ਕਰ ਲਿਆ ਜਾਵੇ ਤਾਂ ਲੋਕਾਂ ਨੂੰ ਵੀ ਸੰਤੁਸ਼ਟੀ ਹੋ ਸਕਦੀ ਹੈ ਕਿ ਇੰਨੇ ਸਮੇਂ ਦੇ ਅੰਦਰ ਅੰਦਰ ਸਾਡੇ ਕਾਰਡ ਦੀ ਵੈਰੀਫਿਕੇਸ਼ਨ ਹੋ ਜਾਣੀ ਆ ਜਾਂ ਦੁਬਾਰਾ ਜਿਹੜੇ ਬੰਨੇ ਨੇ ਉਹ ਬਣ ਜਾਣੇ ਆ? ਪਮਲ ਜੀ ਬਿਲਕੁਲ ਤੁਹਾਡੀ ਗੱਲ ਵੀ ਠੀਕ ਹੈ, ਅਮਨ ਜੀ ਦੀ ਗੱਲ ਵੀ ਠੀਕ ਹੈ, ਸੀਐਮ ਸਾਹਿਬ ਨੂੰ ਜ਼ਰੂਰ ਮਿਲਾਂਗੇ ਵੀ, ਔਰ ਇਸ ਨੂੰ ਅਰਲੀਐਸਟ ਜਿਹੜਾ, ਕਿਉਂਕਿ ਅੱਜ ਜਿਹੜੀ ਮਹਾਮਾਰੀ ਹੈ ਬਹੁਤ ਲੋਕ ਬੇਕਾਰ ਨੇ, ਬਹੁਤ ਲੋਕ ਵਿਚਾਰੇ ਪਰੇਸ਼ਾਨ ਨੇ, ਸੋ ਇਸ ਪ੍ਰੋਬਲਮ ਨੂੰ, ਇਸ ਮੁਸੀਬਤ ਤੋਂ ਜਿੰਨੀ ਜਲਦੀ ਨਿਜਾਤ ਪਾਈ ਜਾਵੇ। ਠੀਕ ਹੈ, ਮੈਂ ਇਸ ਡਿਸਕਸ਼ਨ ਨੂੰ ਵਾਈਂਡ ਅਪ ਕਰ ਰਿਹਾ। ਬਲਟੋਆ ਸਾਹਿਬ ਘੱਟੋ ਘੱਟ ਉਹ ਮੰਨ ਰਹੇ ਨੇ ਕਿ ਸਾਡੀ ਗਲਤੀ ਹੈਗੀ ਹੈ ਜਾਂ ਕਿਤੇ ਨਾ ਕਿਤੇ ਕੁਝ ਗੜਬੜ ਹੋਈ ਹੈ, ਅਸੀਂ ਉਸ ਨੂੰ ਰੀਥਿੰਕ ਕਰ ਲਵਾਂਗੇ, ਉਹਨੂੰ ਦੁਬਾਰਾ ਸੈੱਟ ਕਰਨ ਦੀ, ਠੀਕ ਕਰਨ ਦੀ ਕੋਸ਼ਿਸ਼ ਕਰ ਲਵਾਂਗੇ। ਤੁਹਾਡੇ ਤੋਂ ਆਖਰੀ ਕਮੈਂਟ ਲੈਣਾ ਹੈਗਾ, ਜਿਹੜਾ ਪੈਟਰੋਲ ਡੀਜ਼ਲ ਨੂੰ ਮੈਂ ਲੈ ਕੇ ਇੱਕ ਆਖਰੀ ਸਵਾਲ ਤੁਹਾਡੇ ਤੋਂ ਕਰਨਾ ਚਾਹਨਾ, ਅਕਾਲੀ ਦਲ ਸੋਚ ਕੀ ਰਿਹਾ ਹੈਗਾ? ਅਗਰ ਸਟੇਟ ਗਵਰਨਮੈਂਟ, ਠੀਕ ਹੈ, ਤੁਹਾਡੀ ਪਹਿਲੇ ਹੀ ਵਿਰੋਧੀ ਹੈਗੀ ਹੈ, ਸੈਂਟਰ ਦੇ ਵਿੱਚ ਜਿਹੜੀ ਤੁਹਾਡੀ ਭਾਈਵਾਲ ਹੈਗੀ ਹੈ, ਜੇ ਤੁਹਾਡੇ ਇਹਨਾਂ ਧਰਨੇ ਮੁਜ਼ਾਹਰਿਆਂ ਦੇ ਉੱਤੇ ਦੁਬਾਰਾ ਕਿਸੇ ਤਰ੍ਹਾਂ ਦਾ ਕੰਨ ਨਹੀਂ ਧਰਦੀ, ਅਕਾਲੀ ਦਲ ਦੀ ਗਾਂ ਸਟ੍ਰੈਟਜੀ ਕੀ ਰਹੂਗੀ? ਦੇਖੋ, ਮੈਂ ਤਾਂ ਪਹਿਲਾਂ ਸ਼ੁਰੂਆਤ ਇੱਥੋਂ ਕੀਤੀ ਸੀ ਕਿ ਧਰਨਿਆਂ ਮੁਜ਼ਾਹਰਿਆਂ ਦੀ ਲੋੜ ਪੈਣੀ ਨਹੀਂ ਚਾਹੀਦੀ, ਸਰਕਾਰ ਨੂੰ ਖੁਦ ਸੋਚਣਾ ਚਾਹੀਦਾ ਹੈ। ਲੋਕਾਂ ਦੀ ਸਰਕਾਰ ਹੈ, ਲੋਕਾਂ ਨੇ ਬਣਾਈ ਹੈ, ਲੋਕਾਂ ਨੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ, ਭਾਵੇਂ ਸਹੁੰ ਖਾ ਕੇ, ਝੂਠੀ ਸਹੁੰ ਖਾ ਕੇ, ਲੋਕਾਂ ਨੂੰ ਗੁੰਮਰਾਹ ਕਰਕੇ, ਠੱਗੀ ਮਾਰ ਕੇ ਸਰਕਾਰ ਬਣਾਈ ਸੀ, ਪਰ ਘੱਟੋ ਘੱਟ ਲੋਕਾਂ ਤੇ ਦੁਖੀ ਤਾਂ ਨਾ ਕਰਨ, ਲੋਕਾਂ ਤੇ ਬੋਝ ਤਾਂ ਨਾ ਪਾਉਣ, ਲੋਕਾਂ ਦੀ ਚੀਕਾਂ ਤਾਂ ਨਾ ਕਢਾਉਣ, ਖਾਸ ਕਰਕੇ ਗਰੀਬਾਂ ਦੀ ਚੀਕਾਂ ਤਾਂ ਨਾ ਕਢਾਉਣ। ਜਿਸ ਤਰ੍ਹਾਂ ਗਰੀਬਾਂ ਦੀ ਤਰਾਹ ਮੱਚੀ ਪਈ ਹੈ, ਜਿਸ ਤਰ੍ਹਾਂ ਗਰੀਬ ਵਿਚਾਰੇ ਧਾਹਾਂ ਮਾਰ ਰਹੇ ਨੇ, ਇਹਦਾ ਮਤਲਬ ਬਦਸੀਸਾ ਦੇ ਰਹੇ ਨੇ, ਤੇ ਬਦਸੀਸਾ ਲੈ ਕੇ ਬਿਠੀਆਂ ਪਈਆਂ, ਜੋ ਕੋਈ ਹਾਲ ਬਣਿਆ ਪਿਆ। ਮੈਂ ਸੈਂਟਰ ਗਵਰਨਮੈਂਟ ਤੇ ਕਮੈਂਟ ਚਾਹਨਾ ਤੁਹਾਡੇ ਕੋਲ, ਫਾਈਨਲ ਕਮੈਂਟ। ਬਲਟੋਆ ਸਾਹਿਬ ਸਮਾਂ ਖਤਮ ਹੋ ਗਿਆ, ਸੈਂਟਰ ਗਵਰਨਮੈਂਟ ਤੇ ਫਾਈਨਲ ਕਮੈਂਟ। ਉਹ ਪਮਲ ਜੀ, ਅਸੀਂ ਤੇ ਦੋਨਾਂ ਸਰਕਾਰਾਂ ਨੂੰ ਬੇਨਤੀ ਵੀ ਕੀਤੀ ਹੈ, ਚੇਤਾਵਨੀ ਵੀ ਦਿੱਤੀ ਹੈ ਕਿ ਏਡਾ ਵੱਡਾ ਜਿਹੜਾ ਕਹਿਰ ਤੁਸੀਂ ਕਮਾ ਰਹੇ ਜੇ, ਕਮਾਓ ਨਾ, ਸੋਚੋ ਲੋਕਾਂ ਬਾਰੇ, ਔਰ ਜੇ ਨਹੀਂ ਤੇ ਇਹ ਜਿਹੜਾ ਕੰਟੀਨਿਊ ਰਹੇਗਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਬਲਟੋਆ ਸਾਹਿਬ, ਸਾਡੇ ਨਾਲ ਗੱਲਬਾਤ ਕਰਨ ਲਈ, ਟਾਈਮ ਦੇਣ ਦੇ ਲਈ। ਅਮਨ ਜੀ ਬਹੁਤ ਬਹੁਤ ਸ਼ੁਕਰੀਆ। ਅਮਨ ਜੀ ਮਾਫ ਕਰਨਾ, ਸਮਾਂ ਖਤਮ ਹੋ ਗਿਆ। ਡਾਕਟਰ ਰਾਜਕੁਮਾਰ ਚੱਬੇਵਾਲ ਸਾਹਿਬ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ।